ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗੁਰੂ ਨਾਨਕ ਪਰਸ਼ੋਤਮੰ ਪਰਮ ਪਰਾਵਰ ਨਾਥ, ਜੁਗਲ ਚਰਨ ਮਮ ਬੰਦਨਾ। ਧਰ ਪਰ ਧਰ ਕਰ ਮਾਥ, ਮਤ ਸੁਮਤ ਤੇਰੇ ਵਸ ਸੁਆਮੀ। ਮਤ ਸੁਮਤ ਤੇਰੇ ਵਸ ਸੁਆਮੀ। ਹਮ ਜੰਤ ਤੂੰ ਪੁਰਖ ਜੰਤੈਨੀ, ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ। ਜਿਉ ਭਾਵੈ ਤਿਵੈ ਬੁਲੈਨੀ, ਕਿਵੇਂ ਮਿਲਦਾ ਹੈ ਪ੍ਰੀਤਮ ਪਿਆਰਾ। ਪੁੱਛ ਲੈ ਬਵੇਕੀਆਂ ਤੋਂ, ਮਿਲਦਾ ਹੈ ਪ੍ਰੀਤਮ ਪਿਆਰਾ। ਪੁੱਛ ਲੈ ਬਵੇਕੀਆਂ ਤੋਂ।
ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਸਰਬੱਤਰ ਮਾਨਵਤਾ ਦੇ ਸਾਂਝੇ ਰਹਿਬਰ ਸਮੂਹ ਸ੍ਰਿਸ਼ਟੀ ਦੇ ਉਧਾਰ ਕਰਤਾ ਦਸੋਂ ਹੀ ਗੁਰੂ ਸਾਹਿਬਾਨਾਂ ਦੇ ਪ੍ਰਤੱਖ ਆਤਮਿਕ ਗਿਆਨ ਸਵਰੂਪ ਧੰਨ 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 ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਿਵਾਸ ਦੇ ਮੁਬਾਰਕ ਪਾਵਨ ਪਵਿੱਤਰ ਚਰਨਾਂ ਕਮਲਾਂ ਦੇ ਵਿੱਚ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਰੂਹਾਨੀ ਸੁੰਦਰ ਗੋਦ ਦਾ ਆਨੰਦ ਮਾਣਨ ਵਾਸਤੇ ਗੁਰੂ ਸਵਾਰੇ ਗੁਰੂ ਪਿਆਰੇ ਮਹਾਂਪੁਰਸ਼ਾਂ ਦੀ ਤਪੋ ਭੂਮੀ ਤੇ ਆਪ ਸਮੁੱਚੀਆਂ ਸੰਗਤਾਂ ਦੂਰੋਂ ਨੇੜਿਓਂ ਚੱਲ ਕੇ ਔਰ ਸਾਰੀ ਸੰਤ ਮੰਡਲੀ ਹਰੀ ਜਸ ਵਾਹਿਗੁਰੂ ਜੀ ਦਾ ਕੀਰਤਨ ਕਰਨ ਵਾਸਤੇ ਪਹੁੰਚੇ ਹਾਂ। ਕਈ ਦਿਨਾਂ ਤੋਂ ਆਪ ਜੀ ਲਾਹਾ ਲੈ ਰਹੇ ਹੋ ਔਰ ਮੁੱਖ ਰੂਪ ਦੇ ਅੰਦਰ ਧਾਰਮਿਕ ਸਮਾਗਮ ਅੱਜ ਜੋ ਅਖੀਰਲਾ ਦਿਨ ਹੈ ਸਤਿਗੁਰੂ ਜੀ ਦੀ ਪਾਵਨ ਬਾਣੀ ਗੁਰ ਇਤਿਹਾਸ ਗੁਰਮਤਿ ਦੀਆਂ ਵਿਚਾਰਾਂ ਬੜਮੁੱਲੇ ਅਮੋਲਕ ਵਚਨ ਮਹਾਂਪੁਰਸ਼ਾਂ ਤੋਂ ਸਰਵਣ ਕਰ ਰਹੇ ਸੀ। ਆਓ ਆਪ ਜੀ ਕਿਰਪਾ ਕਰੋ ਸਮੁੱਚੀਆਂ ਸੰਗਤਾਂ ਦਾਸ ਨੂੰ ਵੀ ਅਸੀਸ ਬਖਸ਼ਿਸ਼ ਕਰੋ। ਵਿਦਿਆਰਥੀ ਜੀਵਨ ਹੈ ਭਾਈ, ਆਪ ਜੀ ਰਹਿਮਤ ਤੇ ਨਜ਼ਰ ਕਰਦੇ ਹੋਏ ਅਸੀਸ ਦਿੰਦਿਆਂ ਹੋਇਆਂ ਰਸਨਾ ਦੀ ਪਵਿੱਤਰਤਾ ਵਾਸਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਰਵਣ ਭਗਤੀ ਜੋ ਸਭ ਤੋਂ ਉੱਤਮ ਹੈ, ਜੋ ਆਪ ਜੀ ਔਰ ਆਪਾਂ ਸਾਰੇ ਕਰ ਰਹੇ ਹਾਂ। ਜਗਤ ਦੇ ਸਵਾਮੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਸੁਣਨ ਦੇ ਸੰਬੰਧ ਅੰਦਰ ਵਚਨ ਕਹੇ ਨੇ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਐ ਦੁਖ ਪਾਪ ਕਾ ਨਾਸ। ਪਰਮੇਸ਼ਰ ਵਾਹਿਗੁਰੂ ਜੀ ਦੀ ਬਾਣੀ, ਪਰਮੇਸ਼ਰ ਵਾਹਿਗੁਰੂ ਜੀ ਦੀ ਉਸਤਤ ਦੇ ਅੰਦਰ ਉਚਾਰਨ ਕੀਤੇ ਹੋਏ ਬੋਲ ਜੋ ਵੀ ਜੀਵ ਸੁਣੇਗਾ ਤੇ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਕਹਿੰਦੇ ਉਹਦੇ ਦੁੱਖਾਂ ਦਾ ਔਰ ਪਾਪਾਂ ਦਾ ਨਾਸ਼ ਹੋ ਜਾਵੇਗਾ। ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਵੀ ਇਸੇ ਤਰ੍ਹਾਂ ਹੀ ਬਚਨ ਕਰਦੇ ਨੇ, ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸਤਿਗੁਰੂ ਜੀ ਦੀ ਪਾਵਨ ਬਾਣੀ ਸੁਣਨ ਵਾਲਿਓ, ਤਮਾਮ ਤੁਹਾਡੇ ਦੁੱਖ ਇਹ ਸਾਰੇ ਨਾਸ਼ ਹੋ ਜਾਣਗੇ, ਸੰਤਾਪਾਂ ਦਾ ਨਾਸ਼ ਹੋ ਜਾਵੇਗਾ ਅਗਰ ਅਸੀਂ ਵਾਹਿਗੁਰੂ ਜੀ ਦੀ ਪਾਵਨ ਬਾਣੀ ਨੂੰ ਸੁਣਾਂਗੇ। ਇਸ ਕਰਕੇ ਭਾਈ ਅਸੀਂ ਤੁਸੀਂ ਸਾਰੇ ਗੁਰੂ ਸਵਾਰੇ ਗੁਰੂ ਪਿਆਰੇ ਮਹਾਂਪੁਰਸ਼ ਸੰਤ ਬਾਬਾ ਨਰਾਇਣ ਸਿੰਘ ਜੀ, ਮੋਨੀ ਜੀ ਮਹਾਂਪੁਰਸ਼ਾਂ ਦੀ ਪਾਵਨ ਯਾਦ ਨੂੰ ਤਾਜ਼ਾ ਕਰਨ ਵਾਸਤੇ ਪਹੁੰਚੇ ਹਾਂ। ਗੁਰੂ ਸਵਾਰੇ ਗੁਰੂ ਪਿਆਰੇ ਵਿਦਵਾਨ ਮਹਾਂਪੁਰਸ਼ਾਂ ਨੇ ਆਪ ਜੀ ਦੇ ਨਾਲ ਹੁਣੇ ਹੁਣ ਜੋ ਵਿਚਾਰਾਂ ਕੀਤੀਆਂ ਨੇ, ਇੱਕ ਇੱਕ ਬਚਨ ਬੜਾ ਬੜਮੁੱਲਾ ਹੈ ਔਰ ਇਹੋ ਬਚਨ ਕਿਹਾ ਹੈ ਕਿ ਭਾਈ ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਨਾ ਕੋ ਵੈਰੀ ਨਹੀਂ ਬਿਗਾਨਾ, ਸਗਲ ਸੰਗ ਹਮ ਕੋ ਬਨ ਆਈ। ਜਿਸ ਦਿਨ ਗੁਰੂ ਕੀ ਸੰਗਤ ਦਾ ਪੂਰਨ ਲਾਭ ਔਰ ਆਪਣੇ ਉੱਪਰ ਪੂਰਨ ਅਸਰ ਹੋ ਜਾਂਦਾ ਹੈ, ਉਸ ਦਿਨ ਦੂਈ ਦਵੈਤ ਜੀਵਨ ਦੇ ਵਿੱਚੋਂ ਮਿਟ ਜਾਂਦੀ ਹੈ।
ਉਸ ਦਿਨ ਫਿਰ ਕੋਈ ਬਗਾਨਾ ਨਹੀਂ ਲੱਗਦਾ। ਉਸ ਦਿਨ ਇਸ ਗੱਲ ਤੇ ਆ ਜਾਂਦੇ ਆ ਕਿ ਮਾਨਸ ਕੀ ਜਾਤ ਸਭੈ ਏਕੈ ਪਹਿਚਾਨਵੋ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਿ ਸਾਰੇ ਮੇਰੇ ਹੀ ਨੇ, ਸਾਰਿਆਂ ਦੇ ਵਿੱਚ ਵਾਹਿਗੁਰੂ ਜੀ ਦੀ ਅੰਸ਼ ਹੈ। ਇਹ ਬੇਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ, ਹਰ ਰੂਪ ਨਦਰੀ ਆਇਆ। ਉਹ ਨੇਤਰਾਂ ਦੇ ਵਿੱਚ ਫਿਰ ਹਰ ਜਿਸਮ, ਹਰ ਜਾਨ ਦੇ ਵਿੱਚੋਂ ਵਾਹਿਗੁਰੂ ਜੀ ਨਜ਼ਰ ਆਉਣ ਲੱਗ ਪੈਂਦਾ ਹੈ। ਪਰ ਇਹ ਪੰਧ ਰਸਤਾ, ਇਹ ਪੈਂਡਾ ਬਹੁਤ ਮੁਸ਼ਕਲ ਪੈਂਡਾ ਹੈ ਗੁਰਮੁਖੋ, ਕਿਉਂਕਿ ਚਾਲੇ ਤੇ ਆਪਾਂ ਸਾਰੇ ਮਿਲਣ ਵਾਸਤੇ ਹਾਂ, ਪਰ ਇਸ ਪੰਧ ਰਸਤੇ ਦੇ ਅੰਦਰ ਐਸੀਆਂ ਅਟਕਾਰਾਂ ਆ ਜਾਂਦੀਆਂ ਨੇ। ਉਹ ਅਟਕਾਰਾਂ ਜਿਹੜੀਆਂ ਨੇ ਉਹ ਸਾਨੂੰ ਖੜਾ ਲੈਂਦੀਆਂ ਨੇ, ਫਿਰ ਸਾਨੂੰ ਹਰ ਇੱਕ ਦੇ ਵਿੱਚੋਂ ਵਾਹਿਗੁਰੂ ਜੀ ਨਜ਼ਰ ਨਹੀਂ ਆਉਂਦਾ। ਵਾਕਿਆਂ ਦੇ ਵਿੱਚੋਂ ਤਾਂ ਕੀ ਗੱਲ ਹੈ ਗੁਰਮੁਖੋ, ਅਸੀਂ ਧਾਰਮਿਕ ਜੀਵਨ ਵਾਲੇ ਲੋਕ ਵੀ ਇੱਕ ਦੂਜੇ ਦੇ ਨਾਲ ਨਫ਼ਰਤ ਦੀ ਨਿਗਾਹ ਨਾਲ ਵੇਖਦੇ ਹਾਂ। ਗੁਰੂ ਸਵਾਰੇ, ਗੁਰੂ ਪਿਆਰਿਓ, ਸਾਡੇ ਅੰਦਰ ਵੀ ਐਸੀ ਕੱਟੜਤਾ ਆ ਗਈ ਹੈ ਕਿ ਅਸੀਂ ਦੂਸਰੇ ਭੇਖ ਦੇ ਮਹਾਪੁਰਸ਼ ਨੂੰ, ਦੂਸਰੇ ਮਤ ਦੇ ਸਤਿਕਾਰਯੋਗ ਅਵਤਾਰੀ ਪੁਰਸ਼ਾਂ ਨੂੰ ਵੀ ਅਸੀਂ ਭੱਦੀ ਸ਼ਬਦਾਵਲੀ ਬੋਲਦੇ ਹਾਂ। ਫਿਰ ਇਹ ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਨਾ ਕੋ ਵੈਰੀ ਨਹੀਂ ਬਿਗਾਨਾ, ਸਗਲ ਸੰਗ ਹਮ ਕੋ ਬਨ ਆਈ। ਇਹਦੇ ਅਰਥ ਕਿੱਥੇ ਚਲੇ ਜਾਣਗੇ ਜਦੋਂ ਸਾਨੂੰ ਪਿਆਰ ਹੀ ਨਹੀਂ ਆਇਆ। ਗੁਰਮੁਖ ਪਿਆਰਿਓ, ਜਿਤਨੇ ਵੀ ਭੇਖਾਂ ਦੇ ਮਹਾਪੁਰਸ਼ ਨੇ, ਸਰਵੱਤਰ ਨੂੰ ਹੀ ਨਮਸਕਾਰ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਉਦਾਸੀਆਂ ਦੀ ਸੇਵਾ, ਨਿਰਮਲੇ ਮਹਾਪੁਰਸ਼ਾਂ ਦੀ ਸੇਵਾ ਨੂੰ ਪੰਥ ਸਾਡਾ ਅੱਖੋਂ ਪਰੋਖੇ ਨਹੀਂ ਕਰ ਸਕਦਾ। ਜੋ ਇਹਨਾਂ ਦੀਆਂ ਮਹਾਨ ਸੇਵਾਵਾਂ ਨੇ ਗੁਰਮੁਖ ਪਿਆਰਿਓ, ਜਦੋਂ ਸਿੰਘ 1708 ਤੋਂ ਬਾਅਦ ਦੀਆਂ ਗੱਲਾਂ ਨੇ ਕਿ ਸਿੰਘ ਜਿਹੜੇ ਨੇ ਉਹ ਜੰਗਲਾਂ ਬੀਆਬਾਨਾਂ ਦੇ ਵਿੱਚ ਰਹਿੰਦੇ, ਧਰਮ ਯੁੱਧ ਕਰਦੇ, ਗਰੀਬ ਦੀ ਰੱਖਿਆ ਕਰਦੇ, ਧੀ ਭੈਣ ਦੀ ਇੱਜ਼ਤ ਆਬਰੂ ਨੂੰ ਬਚਾਉਂਦੇ, ਤੇ ਉਸ ਸਮੇਂ ਬ੍ਰਹਮ ਵਿਦਿਆ ਪੜਾਉਣ ਦਾ ਵੱਡਾ ਕਾਰਜ ਉਦਾਸੀ ਮਹਾਪੁਰਸ਼ਾਂ ਨੇ, ਨਿਰਮਲੇ ਮਹਾਪੁਰਸ਼ਾਂ ਨੇ ਕੀਤਾ ਭਾਈ। ਉਸ ਸਮੇਂ ਆ ਕੋਈ ਬਲੈਕ ਬੋਰਡ ਨਹੀਂ ਸੀ ਹੁੰਦਾ, ਕੋਈ ਚਾਕ ਜਾਂ ਸਲੇਟੀ ਨਹੀਂ ਸੀ ਹੁੰਦੀ। ਰੀਠੇ ਨਾਲ ਜਾਂ ਉਸ ਤੋਂ ਪਹਿਲੋਂ ਆਪਣੀਆਂ ਉਂਗਲਾਂ ਦੇ ਨਾਲ ਧਰਤੀ ਤੇ ਮਿੱਟੀ ਵਿਛਾ ਕੇ ਉਹਦੇ ਉੱਪਰ 35 ਲਿਖਦੇ ਤੇ ਬਾਣੀ ਕੰਠ ਕਰਾਉਂਦੇ। ਖੂਨ ਨਿਕਲ ਆਉਂਦਾ ਉਂਗਲਾਂ ਦੇ ਵਿੱਚੋਂ। ਉਹਨਾਂ ਮਹਾਪੁਰਸ਼ਾਂ ਦੀਆਂ ਕਮਾਈਆਂ ਨੂੰ ਨਮਸਕਾਰ ਹੈ ਭਾਈ। ਪਰ ਅੱਜ ਤਾਂ ਜੇ ਕਿਸੇ ਅਵਤਾਰੀ ਪੁਰਸ਼ ਦਾ ਜ਼ਿਕਰ ਕਰ ਦਈਏ, ਇੱਥੇ ਗੱਲ ਕਰ ਦਈਏ ਭਗਵਾਨ ਰਾਮਚੰਦਰ ਜੀ ਦੀ, ਭਗਵਾਨ ਕ੍ਰਿਸ਼ਨ ਜੀ ਦੀ, ਪੈਟਰੋਲ ਨੂੰ ਤਾਂ ਬਾਅਦ ਵਿੱਚ ਅੱਗ ਲੱਗਦੀ ਹੈ ਤੇ ਸੁਣਨ ਵਾਲੇ ਨੂੰ ਪਹਿਲਾਂ ਹੋ ਜਾਂਦੀ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਈਰਖਾ ਦਾ ਸਾੜਾ ਸਾਡੇ ਅੰਦਰ ਹੈ ਗੁਰਮੁਖੋ। ਜਿਸ ਦਿਨ ਇਹ ਨਿਕਲੇਗਾ, ਫਿਰ ਉਸ ਦਿਨ ਜੋ ਮਹਾਪੁਰਸ਼ਾਂ ਨੇ ਧਾਰਨਾ ਪੜ੍ਹਾਈ ਹੈ ਆਪਾਂ ਸਾਰਿਆਂ ਨੂੰ, ਕਿਉਂ ਪੜ੍ਹਾਈ ਹੈ ਕਿ ਸਾਡੇ ਅੰਦਰੋਂ ਇਹ ਦਵੈਤ ਮਿਟੇ। ਇਹ ਦਵੈਤ ਜਿਹੜੀ ਹੈ ਨਾ, ਇਹ ਪਾੜਾ ਪਾਈ ਜਾ ਰਹੀ ਹੈ ਭਾਈ। ਸੋ ਉਹਨਾਂ ਦਾ ਆਪਾਂ ਸੰਗ ਨਹੀਂ ਕਰਨਾ। ਭਗਵਾਨ ਕ੍ਰਿਸ਼ਨ ਮਹਾਰਾਜ, ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਦੁਆਪਰ ਯੁਗ ਦੇ ਅਵਤਾਰ, ਦੁਆਪਰ ਕ੍ਰਿਸ਼ਨ ਮਰਾਰ ਕੰਸ ਕਿਰਤਾਰਥ ਕੀਓ, ਉਗਰ ਸੈਨ ਕੋ ਰਾਜ ਅਭੈ ਪਦ, ਭਗਤੈ ਜਨ ਦੀਓ। ਇੱਕ ਦਿਨ ਆਪ ਜੀ ਧੂੜ ਦੇ ਵਿੱਚ ਖੜੇ ਹੋ। ਧੂੜ ਦੇ ਵਿੱਚ ਖੜਿਆਂ ਹੋਇਆਂ ਨੂੰ ਉਹਨਾਂ ਦਾ ਮਿੱਤਰ ਵੀ ਹੈ, ਉਦੋਂ ਜੀ ਨੇ ਆ ਕੇ ਪੁੱਛਿਆ, ਭਗਵਾਨ ਜੀ ਦੁਆਪਰ ਯੁੱਗ ਦੇ ਅਵਤਾਰ ਹੋ ਤੁਸੀਂ, ਮਥੁਰਾ ਦੇ ਰਾਜੇ ਹੋ, ਸੁੰਦਰ ਆਪ ਜੀ ਦੇ ਕੀਮਤੀ ਦੁਸ਼ਾਲਾ ਪਹਿਨਿਆ ਹੋਇਆ ਹੈ, ਮੁਕਟ ਬੜਾ ਕੀਮਤੀ ਹੈ, ਆਪ ਜੀ ਵੀ ਬੜੇ ਕੀਮਤੀ ਹੋ। ਇਹ ਧੂੜ ਦੇ ਵਿੱਚ ਖੜੇ, ਧੂੜ ਤੁਹਾਡੇ ਤੇ ਪੈ ਰਹੀ ਹੈ, ਤੁਸੀਂ ਲਿਬੜ ਰਹੇ ਹੋ, ਕੀ ਕਾਰਨ ਹੈ? ਇੱਧਰ ਹੋ ਜਾਓ। ਭਗਵਾਨ ਕ੍ਰਿਸ਼ਨ ਮਹਾਰਾਜ ਨੇ ਉੱਤਰ ਦਿੱਤਾ, ਕਹਿੰਦੇ ਉਦੋਂ ਮੈਂ ਇਸ਼ਨਾਨ ਕਰ ਰਿਹਾ ਹਾਂ। ਉਦੋਂ ਕਹਿੰਦਾ ਜੀ ਜਲ ਦੇ ਨਾਲ ਤਾਂ ਇਸ਼ਨਾਨ ਸੁਣਿਆ, ਦੁੱਧ ਦੇ ਨਾਲ ਇਸ਼ਨਾਨ ਸੁਣਿਆ, ਦਹੀਂ ਦੇ ਨਾਲ ਇਸ਼ਨਾਨ ਸੁਣਿਆ,
ਮਿੱਟੀ ਦੇ ਨਾਲ ਵੀ ਇਸ਼ਨਾਨ ਹੁੰਦਾ ਹੈ? ਇਹ ਤਾਂ ਨਵੀਂ ਗੱਲ ਕੱਢ ਮਾਰੀ ਤੁਸੀਂ, ਮਿੱਟੀ ਦੇ ਨਾਲ ਇਸ਼ਨਾਨ ਕਰ ਰਹੇ ਹੋ। ਕਹਿੰਦੇ ਹਾਂ ਬਿਲਕੁਲ ਮਿੱਟੀ ਦੇ ਨਾਲ ਕਰ ਰਿਹਾ। ਇਹ ਮਿੱਟੀ ਨਹੀਂ ਹੈ। ਦੇਖ ਦੂਰ ਇੱਕੋ ਮਹਾਪੁਰਸ਼ ਜਾਂਦਾ ਹੈ। ਉਦੋਂ ਨੇ ਨਿਗਾਹ ਮਾਰੀ, ਇੱਕ ਐਸਾ ਰਮਤਾ ਮਹਾਪੁਰਸ਼ ਜਾ ਰਿਹਾ ਹੈ, ਨਾ ਚਰਨਾਂ ਦੇ ਵਿੱਚ ਜੋੜਾ ਹੈ, ਨਾ ਚੰਗੇ ਬਸਤਰ ਨੇ, ਆਪਣੇ ਆਨੰਦ ਵਿੱਚ ਮੌਜ ਵਿੱਚ ਜਾ ਰਿਹਾ, ਮਿੱਟੀ ਉਡਾਉਂਦਾ ਜਾ ਰਿਹਾ ਆਪਣੇ ਆਨੰਦ ਵਿੱਚ। ਕਿਉਂਕਿ ਜਿਨ੍ਹਾਂ ਦੀ ਰਸਨਾ ਤੇ ਵਾਹਿਗੁਰੂ ਜੀ ਬੈਠ ਗਏ, ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ, ਆਦ ਜੁਗਾਦੀ ਸਗਲ ਭਗਤ ਤਾਂ ਕੋ ਸੁਖ ਵਿਸਰਾਮ। ਇਹ ਨਹੀਂ ਕਿ ਭਗਤ ਅੱਜ ਹੀ ਆਏ ਨਾ, ਜਦੋਂ ਦੀ ਵਾਹਿਗੁਰੂ ਜੀ ਨੇ ਸ੍ਰਿਸ਼ਟੀ ਰਚੀ ਹੈ ਭਾਈ, ਉਦੋਂ ਤੋਂ ਹੀ ਵਾਹਿਗੁਰੂ ਜੀ ਦੇ ਪਿਆਰੇ ਵੀ ਸੰਸਾਰ ਦੇ ਵਿੱਚ ਆਏ ਨੇ। ਆਦ ਜੁਗਾਦੀ ਸਗਲ ਭਗਤ, ਆਦ ਜੁਗਾਂ ਤੋਂ ਲੈ ਕਰਕੇ ਵਾਹਿਗੁਰੂ ਜੀ ਦੇ ਅਨੰਨ ਭਗਤ ਇਸ ਸੰਸਾਰ ਦੇ ਵਿੱਚ ਪੈਦਾ ਹੋਏ, ਪੈਦਾ ਹਨ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਰਹਿਣਗੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਕਿਉਂਕਿ ਭਗਤ ਸੰਤ ਗੁਰਮੁਖ ਪਿਆਰੇ ਇਹ ਵਾਹਿਗੁਰੂ ਜੀ ਦੇ ਨਾਦੀ ਸੁਪੁੱਤਰ ਨੇ ਭਾਈ। ਇਹਨਾਂ ਦੇ ਜਨਮ ਦੇ ਨਾਲ ਹੀ ਪਾਵਨ ਗੁਰਬਾਣੀ ਕਹਿੰਦੀ ਹੈ, ਸਫਲ ਜਨਮ ਹਰ ਜਨ ਕਾ ਉਪਜਿਆ, ਜਿਨ ਕੀਨੋ ਸੌਤ ਵਿਧਾਤਾ। ਇਹਨਾਂ ਦੇ ਜਨਮ ਲੈਣ ਦੇ ਨਾਲ ਵਾਹਿਗੁਰੂ ਜੀ ਨੂੰ ਸੰਤਾਨ ਵਾਲੇ ਹੋਣ ਦਾ ਮਾਣ ਮਿਲ ਜਾਂਦਾ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਹੁਣ ਮੇਰੇ ਵਰਗੇ ਦੀ ਨਿਗਾਹ ਸੀ, ਉਦੋਂ ਕਹਿਣ ਲੱਗਿਆ ਆਓ ਜੀ ਪਾਟੇ ਕੱਪੜਿਆਂ, ਪੈਰਾਂ ਦੇ ਵਿੱਚ ਜੋੜਾ ਵੀ ਨਹੀਂ ਹੈ, ਕਿਵੇਂ ਜਾ ਰਿਹਾ, ਟੇਢਾ ਮੇਢਾ ਜਾ ਰਿਹਾ ਹੈ, ਤੇ ਤੁਸੀਂ ਕਹਿ ਰਹੇ ਹੋ ਮੈਂ ਉਹਦੀ ਧੂੜੀ ਦੇ ਵਿੱਚ ਇਸ਼ਨਾਨ ਕਰਦਾ। ਕ੍ਰਿਸ਼ਨ ਭਗਵਾਨ ਬਚਨ ਕੀਤਾ, ਕਹਿੰਦੇ ਉਦੋਂ ਤੇਰੀ ਨਿਗਾਹ ਨਾਲ ਨਹੀਂ, ਤੂੰ ਮੇਰੀ ਨਿਗਾਹ ਨਾਲ ਵੇਖ। ਚਾਣਕ ਜੀ ਨੇ ਇੱਕ ਬਚਨ ਲਿਖਿਆ ਹੈ ਚਾਣਕਾ ਨੀਤੀ ਦਰਪਣ ਦੇ ਅੰਦਰ। ਉਹ ਕਹਿੰਦੇ ਪਹਿਲੋਂ ਤਾਂ ਜਿਹੜੇ ਸਾਧੂ ਨੇ ਨਾ, ਸੰਤ, ਇਹ ਸਾਨੂੰ ਮਿਲਦੇ ਨਹੀਂ। ਜੇ ਮਿਲ ਜਾਣ ਉਹਨਾਂ ਦੀ ਪਛਾਣ ਨਹੀਂ ਹੁੰਦੀ, ਜੇ ਪਛਾਣ ਹੋ ਗਈ ਫਿਰ ਉਹ ਤੋਂ ਲਾਹਾ ਵੀ ਨਹੀਂ ਲੈ ਹੁੰਦਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਕਹੋ ਨਾਨਕ ਕੋਟਨ ਮੈਂ ਕਿਨਹੂ, ਨਾਰਾਇਣ ਜਹ ਚੀਤ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਇਹ ਬਚਨ ਲਿਖਿਆ ਹੈ, ਕਹਿੰਦੇ ਕਰੋੜਾਂ ਬੰਦੇ ਇਕੱਠੇ ਕਰ ਲਓ, ਉਹਨਾਂ ਦੇ ਵਿੱਚੋਂ ਇੱਕ ਸਾਧ ਹੋਵੇਗਾ। ਇਹ ਅੱਖਰੀ ਅਰਥ। ਅੰਤਰੀਵ ਅਰਥ ਕਰੋੜਾਂ ਉਹ ਲੈ ਲਓ ਜਿਹੜੇ ਨਾਮ ਜਪਣ ਵਾਲੇ ਨੇ, ਉਹ ਲੈ ਲਓ ਜਿਨ੍ਹਾਂ ਨੇ ਭੇਖ ਧਾਰਨ ਕੀਤਾ ਹੋਇਆ ਹੈ, ਉਹ ਲੈ ਲਓ ਜਿਹੜੇ ਆਪੋ ਆਪਣੇ ਮਤ ਦੇ ਅੰਦਰ ਉਹ ਪ੍ਰਮਾਤਮਾ ਨੂੰ ਆਰਾਧਦੇ ਨੇ। ਉਹਨਾਂ ਦੇ ਵਿੱਚੋਂ ਹੀ ਇੱਕ ਹੁੰਦਾ ਹੈ ਜਿਹਨੂੰ ਵਾਹਿਗੁਰੂ ਜੀ ਚਿੱਤ ਆਉਂਦਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਨਹੀਂ ਤਾਂ ਕੀ ਹੁੰਦਾ ਹੈ, ਬਹੁਤ ਸਾਰੇ ਪੂਜਾ ਦੇ ਵਿੱਚ ਹੀ ਉਲਝ ਜਾਂਦੇ ਨੇ, ਆਪਣੀ ਦੇਹੀ ਇਸ ਮਿੱਟੀ ਦੀ ਪੂਜਾ ਦੇ ਵਿੱਚ ਉਲਝ ਜਾਂਦੇ ਨੇ, ਆਪਣੇ ਸਰੀਰ ਨੂੰ ਸਜਾਉਣ ਵਾਸਤੇ ਉਲਝ ਜਾਂਦੇ ਨੇ। ਮਾਫ ਕਰਿਓ ਗੁਰਮੁਖ ਪਿਆਰਿਓ, ਐਸਾ ਹੈ ਸੰਸਾਰ ਦੇ ਅੰਦਰ। ਔਰ ਅਬਲੇ ਤਾਂ ਸਾਧੂ ਕਹਿੰਦੇ ਮਿਲਣਾ ਨਹੀਂ, ਜੇ ਮਿਲ ਗਿਆ ਫਿਰ ਸਾਤੋਂ ਪਛਾਣ ਵੀ ਨਹੀਂ ਹੁੰਦਾ, ਉਦੋਂ ਤੋਂ ਪਛਾਣਿਆ ਨਹੀਂ ਗਿਆ, ਕਿਉਂਕਿ ਉਹਦੇ ਕੋਲ ਉਹ ਅੱਖਾਂ ਨਹੀਂ ਹਨ। ਅੱਖਾਂ ਵੀ ਵਾਹਿਗੁਰੂ ਜੀ ਦਿੰਦਾ ਹੈ, ਜਦੋਂ ਅੱਖਾਂ ਹੀ ਨਹੀਂ ਪਛਾਣੇਗਾ ਕਿਵੇਂ। ਮੈਂ ਇੱਕ ਵਿਦਵਾਨ ਮਹਾਪੁਰਸ਼ਾਂ ਨੂੰ ਸੁਣਿਆ, ਉਹਨਾਂ ਬੜਾ ਪਿਆਰਾ ਬਚਨ ਕੀਤਾ। ਕਹਿੰਦੇ ਭਾਈ ਜਿਹੜਾ ਥਰਮਾਮੀਟਰ ਹੈ ਉਹ ਸਾਡੇ ਸਾਰਿਆਂ ਦੇ ਘਰਾਂ ਵਿੱਚ ਹੈ। ਥਰਮਾਮੀਟਰ ਜਿਹੜਾ ਹੈ ਨਾ, ਉਹ ਤਾਪ ਤਾਂ ਦੱਸ ਦਿੰਦਾ ਹੈ ਕਿ ਸਾਡੇ ਇਸ ਸਰੀਰ ਨੂੰ ਤਾਪ ਕਿੰਨਾ ਹੈ, ਕਿੰਨਾ ਬੁਖਾਰ ਹੈ, ਪਰ ਇਹ ਨਹੀਂ ਦੱਸਦਾ ਕਿ ਤਾਪ ਦੀ ਕਿਸਮ ਕਿਹੜੀ ਹੈ। ਇਹ ਕਿਸਮ ਕਿਹੜੀ ਹੈ? ਬੁਖਾਰ ਦੀ ਬਹੁਤ ਸਾਰੀ ਕਿਸਮ ਹੈ। ਤਾਪ ਦੱਸ ਦਿੰਦਾ ਹੈ ਪਰ ਉਹਦੀ ਕਿਸਮ ਨਹੀਂ ਦੱਸ ਸਕਦਾ। ਸਾਡੀਆਂ ਅੱਖਾਂ ਜਿਹੜੀਆਂ ਨੇ ਉਹ ਸਾਡੇ ਲਿਬਾਸ ਦੇਖ ਕਰਕੇ ਦੱਸ ਸਕਦੀਆਂ ਨੇ ਇਹ ਇੱਕ ਸੰਤ ਹੈ, ਲਿਬਾਸ ਦੇਖ ਕੇ ਦੱਸ ਸਕਦੀਆਂ ਨੇ ਇਹ ਸੰਤ ਹੈ, ਪਰ ਕੀ ਉਹ ਵਸਤਰਾਂ ਵਾਲਾ ਵਾਕਿਆ ਹੀ ਸੰਤ ਹੈ? ਇਹ ਗੁਰੂ ਦੀ ਨਜ਼ਰ ਦੱਸ ਦੇਵੇਗੀ। ਜਦੋਂ ਗੁਰੂ ਦੀ ਨਜ਼ਰ ਉਸ ਤੇ ਪੈਂਦੀ ਹੈ, ਅਮਹਿ ਦ੍ਰਿਸ਼ਟ ਸ਼ੁਭ ਕਰੈ ਹਰੈ ਅਗ ਪਾਪ ਸਕਲ ਮਲ। ਗੁਰੂ ਦੀ ਦ੍ਰਿਸ਼ਟੀ ਦੇ ਵਿੱਚ ਉਹ ਪ੍ਰਵਾਨ ਚੜ ਜਾਵੇ ਭਾਈ, ਉਹ ਫਿਰ ਗੁਰ ਪੂਰਾ ਅਖਿਓ ਜਾਂਕਾ ਮੰਤਰ ਅੰਮ੍ਰਿਤ ਦਿਸ਼ਟ ਵੇਖੇ ਹੋਏ ਸੰਤ।
ਜਦੋਂ ਅੰਮ੍ਰਿਤ ਦ੍ਰਿਸ਼ਟੀ ਗੁਰੂ ਦੀ ਪੈ ਜਾਵੇ ਫਿਰ ਉਹ ਪੂਰਨ ਸੰਤ ਬਣ ਜਾਂਦਾ ਹੈ। ਹੁਣ ਉਦੋਂ ਨੂੰ ਤਾਂ ਪਛਾਣ ਨਹੀਂ ਹੈ। ਭੇਖ ਧਾਰੀ ਵੀ ਬੜੇ ਹੈਨ ਗੁਰਮੁਖ ਪਿਆਰਿਓ, ਪਰ ਭੇਖ ਵੀ ਤਾਂ ਧਾਰਨ ਕਰ ਹੁੰਦਾ ਹੈ ਜੇ ਭੇਖ ਦੇ ਵਿੱਚ ਅਸਲੀਅਤ ਹੈ। ਭੇਖ ਗਹਿਣਾ ਹੈ ਗੁਰਮੁਖ ਪਿਆਰਿਓ, ਸਾਧੂ ਭੇਖ ਦੇ ਵਿੱਚ ਰਹੇ ਉਹਦਾ ਗਹਿਣਾ ਹੈ ਇਹ। ਉਹ ਭੇਖ ਨੂੰ ਸਤਿਕਾਰ ਹੈ, ਨਮਸਕਾਰ ਹੈ, ਕਿਉਂਕਿ ਭੇਖ ਤੋਂ ਬਗੈਰ ਵੀ ਸਾਧੂ ਦਾ ਸਤਿਕਾਰ ਨਹੀਂ। ਔਰ ਜੇ ਭੇਖ ਧਾਰਨ ਕਰ ਲਿਆ ਫਿਰ ਸਾਧੂ ਆਪਣੇ ਭੇਖ ਦਾ ਵੀ ਲਿਹਾਜ਼ ਕਰੇ, ਮੈਂ ਭੇਖ ਧਾਰਨ ਕੀ ਕੀਤਾ ਹੋਇਆ। ਪਿੰਡੇ ਤੇ ਸਵਾਹ ਮਲ ਲੈਂਦੇ, ਸਵਾਹ ਮਲ ਲੈਣੀ ਭਾਵ ਕਿ ਰਾਖ ਜਿਹਦੇ ਵਿੱਚੋਂ ਸਾਰੀ ਅਗਨ ਖਤਮ ਹੋ ਗਈ, ਸਮਝਦੇ ਹੋ ਨਾ, ਜਿਹਦੇ ਵਿੱਚੋਂ ਸਾਰੀ ਅਗਨ ਖਤਮ ਹੋ ਗਈ ਉਹ ਰਾਖ ਬਣ ਜਾਂਦਾ ਹੈ, ਰਾਖ ਬਣ ਜਾਂਦਾ ਹੈ। ਉਹ ਰਾਖ ਸਾਧੂ ਆਪਣੇ ਪਿੰਡੇ ਤੇ ਮਲ ਲੈਂਦੇ ਨੇ। ਉਹ ਇਸ ਗੱਲ ਦਾ ਸੰਕੇਤ ਹੈ ਕਿ ਇਸ ਸ਼ਵ ਸਰੀਰ ਦੇ ਅੰਦਰ ਕਿਸੇ ਵੀ ਕਿਸਮ ਦੀ ਹੁਣ ਅੱਗ ਨਹੀਂ ਹੈ, ਨਾ ਕਾਮ ਦੀ ਹੈ, ਨਾ ਕ੍ਰੋਧ ਦੀ ਹੈ, ਨਾ ਲੋਭ ਦੀ ਹੈ, ਨਾ ਮੋਹ ਦੀ ਹੈ, ਨਾ ਲੋਭ ਦੀ ਹੈ, ਨਾ ਆਪਣੀ ਪੂਜਾ ਦੀ ਹੈ, ਨਾ ਆਪਣੀ ਪ੍ਰਿਸ਼ਟਾ ਦੀ ਹੈ। ਇਹ ਸਾਰੀ ਅਗਨ ਮੇਰੇ ਵਿੱਚੋਂ ਹੁਣ ਖਤਮ ਹੋ ਚੁੱਕੀ ਹੈ। ਉਹ ਸਵਾਹ ਮਲ ਲੈਂਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਆਨੰਦਗੜ੍ਹ ਦੇ ਕਿਲੇ ਦੇ ਵਿੱਚ ਦੀਵਾਨ ਸਜਿਆ ਹੋਇਆ, ਤੇ ਉੱਥੇ ਗੁਰਮੁਖ ਪਿਆਰਿਓ ਬੜੇ ਗੁਰੂ ਸਵਾਰੇ, ਗੁਰੂ ਪਿਆਰੇ ਮਹਾਪੁਰਸ਼ ਸਤਿਗੁਰੂ ਜੀ ਦੇ ਸਮਕਸ਼ ਰਹਿੰਦੇ ਆਲੇ ਦੁਆਲੇ। ਇੱਕ ਮਹਾਤਮਾ ਆ ਗਿਆ, ਪਿੰਡੇ ਤੇ ਸਵਾਹ ਮਲੀ ਹੋਈ ਹੈ। ਮੈਂ ਆਲੋਚਨਾ ਨਹੀਂ ਕਰਦਾ, ਇਤਿਹਾਸ ਦੇ ਅੰਦਰੋਂ ਵਿਚਾਰ ਹੈ ਜੋ ਭੇਖ ਹੈ ਸਾਡਾ। ਗੁਰੂ ਸਵਾਰਿਓ ਪਿੰਡੇ ਤੇ ਸਵਾਹ ਮਲ ਕੇ, ਮੋਟੀ ਮੋਟੀ ਸਵਾਹ ਮਲ ਕੇ ਬੈਠਾ ਹੈ, ਤੇ ਸਤਿਗੁਰੂ ਜੀ ਦੇ ਕੋਲ ਰਹਿੰਦੇ ਸਨ ਜਿਨ੍ਹਾਂ ਦਾ ਨਾਮ ਹੈ ਬਾਬਾ ਸੁਥਰੇ ਸ਼ਾਹ ਜੀ। ਇਹ ਬਾਬਾ ਸੁਥਰੇ ਸ਼ਾਹ ਗੁਰੂ ਹਰਗੋਬਿੰਦ ਮਹਾਰਾਜ ਸਾਹਿਬ ਜੀ ਦੇ ਅਨੰਦ ਸਿੱਖ ਹੋਏ। 5 ਗੁਰੂ ਸਾਹਿਬਾਨ ਜੀ ਦੇ ਦਰਸ਼ਨ ਕੀਤੇ ਆਪ ਜੀਆਂ ਨੇ, 5 ਦੇ ਚਰਨਾਂ ਦੇ ਵਿੱਚ ਰਹੇ ਨੇ। ਤੇ ਆਪ ਜੀ ਦਾ ਨਾਮ ਸੁਥਰਾ ਵੀ ਕਿਵੇਂ ਪਿਆ? ਗੁਰਮੁਖ ਪਿਆਰਿਓ ਜਦੋਂ ਜਨਮ ਲਿਆ ਨਾ, ਮਾਤਾ ਪਿਤਾ ਨੇ ਕੂੜੇ ਦੇ ਢੇਰ ਦੇ ਵਿੱਚ ਸੁੱਟ ਦਿੱਤਾ। 12 ਮੁੱਲਾ ਦੀ ਕਥਾ ਹੈ। ਕੂੜੇ ਦੇ ਢੇਰ ਵਿੱਚ ਗਿਰਿਆ, ਉੱਚੀ ਉੱਚੀ ਕਿਲਕਾਰੀਆਂ ਮਾਰਦਾ। ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਰਹਿਮਤਾਂ ਦੇ ਦਾਤੇ ਕੋਲ ਦੀ ਨਿਕਲਣ ਲੱਗੇ। ਭਾਈ ਬੱਚੇ ਦੀ ਆਵਾਜ਼ ਆਉਂਦੀ ਹੈ, ਦੇਖੋ ਕਿੱਥੋਂ ਹੈ? ਕੂੜੇ ਦੇ ਵਿੱਚ ਪਿਆ ਹੈ। ਚੁੱਕ ਲਿਆ। ਕਿਹਦਾ ਬੱਚਾ ਹੈ ਬਈ? ਹੁਣ ਗੁਰੂ ਸਾਹਿਬ ਦੇ ਅੱਗੇ ਤਾਂ ਝੂਠ ਕੋਈ ਬੋਲ ਨਹੀਂ ਸੀ ਸਕਦਾ। ਮਹਾਰਾਜ ਸਾਹਿਬ ਜੀ ਨੂੰ ਕਿਹਾ, ਸਤਿਗੁਰੂ ਜੀ ਇਹ ਸਾਡਾ ਬੱਚਾ ਹੈ, ਇੱਥੇ ਕਿਉਂ ਸੁੱਟਿਆ? ਕਹਿੰਦੇ ਜੀ ਸੁੱਟਿਆ ਤਾਂ ਹੈ, ਇਹਦੇ ਜਨਮ ਲੈਂਦੀ ਸਾਰ ਮੁੱਖ ਦੇ ਵਿੱਚ ਦੰਦ ਨੇ, ਔਰ ਜੋਤਿਸ਼ ਵਿਦਿਆ ਕਹਿੰਦੀ ਹੈ ਕਿ ਜਿਹਦੇ ਜਨਮ ਲੈਂਦੀ ਸਾਰ ਮੁੱਖ ਦੇ ਵਿੱਚ ਦੰਦ ਉਹਨੂੰ ਕੁਥਰਾ ਹੁੰਦਾ ਹੈ, ਅਪਸ਼ਗਨ ਮੰਨਿਆ ਜਾਂਦਾ ਹੈ। ਔਰ ਸਾਨੂੰ ਕਿਸੇ ਨੇ ਇਹ ਕਿਹਾ ਕਿ ਇਹ ਤਾਂ ਤੁਹਾਡੀ ਕੁਲ ਦਾ ਨਾਸ਼ ਕਰ ਦੇਵੇਗਾ, ਇਸ ਕਰਕੇ ਅਸੀਂ ਇਹਨੂੰ ਕੂੜੇ ਦੇ ਢੇਰ ਵਿੱਚ ਸੁੱਟ ਦਿੱਤਾ ਹੈ। ਉਹ ਤਾਂ ਬੇਟਾ ਸਿੱਟਿਆ, ਅੱਜ ਬੇਟੀਆਂ ਸੁੱਟ ਰਹੀਆਂ ਨੇ। ਅੱਜ ਬੇਟੀਆਂ ਨੂੰ ਸੁੱਟਿਆ ਜਾ ਰਿਹਾ ਹੈ ਜੋ ਸਾਡੇ ਵੰਸ਼ ਨੂੰ ਅੱਗੇ ਵਧਾਉਣ ਵਾਲੀਆਂ ਨੇ। ਭਾਈ ਜਿਨ੍ਹਾਂ ਬੇਟੀਆਂ ਦੇ ਸੰਬੰਧ ਅੰਦਰ ਮਹਾਰਾਜ ਨੇ ਬਚਨ ਕੀਤੇ ਨੇ, ਸੋ ਕਿਉ ਮੰਦਾ ਆਖੀ ਹੈ ਜਿਤ ਜੰਮੈ ਰਾਜਾਨ। ਚਲੋ ਉਹ ਤਾਂ ਅਣਜਾਣ ਸੀ, ਅਸੀਂ ਤਾਂ ਹੁਣ ਪੜ੍ਹੇ ਲਿਖੇ ਹੋ ਗਏ। ਅਸੀਂ ਅੱਜ ਵੀ ਧੀਆਂ ਨੂੰ ਕੁੱਖ ਦੇ ਅੰਦਰ ਕਤਲ ਕਰਾ ਰਹੇ ਹਾਂ। ਇਹ ਮਹਾ ਪਾਪ ਹੈ ਗੁਰਮੁਖ ਪਿਆਰਿਓ। ਰਹੋ ਵਿਚਾਰ। ਭਾਈ ਮਹਾਰਾਜ ਗੁਰੂ ਹਰਗੋਬਿੰਦ ਪਾਤਸ਼ਾਹ ਕਹਿੰਦੇ ਕੁਥਰਾ ਨਹੀਂ, ਇਸ਼ਨਾਨ ਕਰਾਓ। ਕਹਿੰਦੇ ਇਹ ਸਾਡਾ ਗੁਰੂ ਦਾ ਸੁਥਰਾ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸੁਥਰੇ ਸ਼ਾਹ ਨਾਮ ਪਿਆ। ਕੋਲ ਬੈਠਾ ਸਾਧੂ ਦੇ ਚੁੰਡੀ ਵੱਢ ਦਿੱਤੀ। ਉਹਨੇ ਥੋੜਾ ਜਿਹਾ ਇਸ ਤਰ੍ਹਾਂ ਕਰ ਦਿੱਤਾ, ਵੀ ਟਿਕ ਜਾ ਤੂੰ। ਥੋੜਾ ਜਿਹਾ ਟਾਈਮ ਬੈਠਿਆ, ਫਿਰ ਚੁੰਡੀ ਵੱਢ ਦਿੱਤੀ। ਉਹਨੇ ਸੋਟੇ ਨੂੰ ਹੱਥ ਪਾ ਕੇ ਇਦਾਂ ਇਸ਼ਾਰਾ ਵੀ ਕਰ ਦਿੱਤਾ। ਤੀਜੀ ਵਾਰ ਫਿਰ ਚੁੰਡੀ ਵੱਢ ਦਿੱਤੀ ਤੇ ਉੱਠਿਆ ਤੇ ਸੁਥਰੇ ਸ਼ਾਹ ਦੇ ਮਗਰ ਭੱਜ ਲਿਆ। ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ, ਇਹ ਸਾਧੂ ਮਹਾਪੁਰਸ਼ੋ ਕੀ ਗੱਲ ਹੋ ਗਈ? ਇਹ ਤਾਂ ਬੜਾ ਪਿਆਰਾ ਸਿੱਖ ਹੈ ਭਾਈ ਸੁਥਰੇ ਸ਼ਾਹ, ਕਿਉਂ ਮਾਰ ਰਹੇ ਹੋ ਵਿਚਾਰੇ ਨੂੰ? ਕਹਿੰਦੇ ਜੀ ਮੇਰੇ ਚੁੰਡੀਆਂ ਵੱਢੀ ਜਾ ਰਿਹਾ ਹੈ, ਮੈਂ ਤਾਂ ਮਾਰ ਰਿਹਾ। ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ, ਕਿਉਂ ਭਾਈ ਸੁਥਰਾ ਜੀ, ਕਿਉਂ ਚੁੰਡੀਆਂ ਵੱਢ ਰਹੇ ਹੋ? ਕਿਉਂ ਮਹਾਤਮਾ ਨੂੰ ਤੰਗ ਕੀਤਾ ਹੈ? ਕਹਿੰਦਾ ਮਹਾਰਾਜ ਜੀ
ਮੈਂ ਤੰਗ ਨਹੀਂ ਸੀ ਕਰ ਰਿਹਾ, ਮੈਂ ਤਾਂ ਦੇਖ ਰਿਹਾ ਸੀ ਕਿ ਅੱਗ ਹੈਗੀ ਆ ਜਾਂ ਖਤਮ ਹੋ ਗਈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਅੱਗ ਹੈਗੀ ਆ ਜਾਂ ਖਤਮ ਹੋ ਗਈ। ਇਹ ਉਹ ਨੇ ਭਾਈ, ਮਿਟਾ ਦੇ ਆਪਣੀ ਹਸਤੀ को अगर मरातबा चाहिए दाना खाक में मिलकर गुले गुलजार होता है। ਆਪਣੇ ਆਪ ਨੂੰ ਮਿਟਾਇਆ ਜਿਨ੍ਹਾਂ ਨੇ ਉਹ ਸਾਧੂ ਨੇ। ਧਨ ਧਨ ਭਾਗ ਤਿਨਾ ਭਗਤ ਜਨਾ ਜੋ ਹਰ ਨਾਮਾ ਹਰ ਮੁਖ ਕਹਤਿਆ। ਧਨ ਧਨ ਭਾਗ ਤਿਨਾ ਸੰਤ ਜਨਾ ਜੋ ਹਰ ਜਸ ਸ਼ਰਵਣੀ ਸੁਣਤਿਆ। ਧਨ ਧਨ ਭਾਗ ਤਿਨਾ ਸਾਧ ਜਨਾ ਹਰ ਕੀਰਤਨ ਗਾਏ ਗੁਣੀ ਜਨ ਬਣਤਿਆ। ਧਨ ਧਨ ਭਾਗ ਤਿਨਾ ਗੁਰਮੁਖਾਂ ਜੋ ਗੁਰ ਸਿੱਖ ਲੈ ਮਨ ਜਿਣਤਿਆ। ਸਭ ਤੋਂ ਵੱਡੇ ਭਾਗ ਤਿਨਾ ਗੁਰ ਸਿੱਖਾਂ ਕੇ ਜੋ ਗੁਰ ਚਰਨੀ ਸਿੱਖ ਪੜਤਿਆ। ਸਭ ਤੋਂ ਵੱਡੇ ਭਾਗ ਐਸੇ ਗੁਰੂ ਸਵਾਰਿਆਂ ਦੇ ਨੇ ਭਾਈ। ਕਹਿੰਦਾ ਮੈਂ ਤਾਂ ਵੇਖ ਰਿਹਾ ਸੀ ਮਹਾਰਾਜ ਅੱਗ ਹੈ ਜਾਂ ਖਤਮ ਹੋ ਗਈ। ਇਹ ਮਹਾਂਪੁਰਸ਼ ਦਾ ਜੀਵਨ ਹੈ ਭਾਈ। ਮਹਾਂਪੁਰਸ਼ ਦੇ ਵਿੱਚ ਐਸਾ ਕੁਝ ਨਹੀਂ ਹੁੰਦਾ। ਉਹ ਪੁੱਗਿਆ ਹੋਇਆ ਸਾਧੂ ਸੰਤ ਹੁੰਦਾ ਹੈ ਜਿਹਦੇ ਅੰਦਰੋਂ ਇਹ ਚੀਜ਼ਾਂ ਖਤਮ ਹੋ ਗਈਆਂ। ਮਾਫ ਕਰਨਾ ਭੇਖ ਮੈਂ ਵੀ ਪਾਇਆ ਹੈ, ਪਰ ਮਹਾਰਾਜ ਕਿਰਪਾ ਕਰੇ ਮੇਰੇ ਆਉਣ ਵਾਲੇ ਜੀਵਨ ਦੇ ਅੰਦਰ ਮੈਂ ਭੇਖ ਦੀ ਲਾਜ ਰੱਖਾਂ। ਭੇਖ ਪਾਉਣਾ ਸੌਖਾ ਹੈ। ਸੰਤ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਸ਼ ਜਦੋਂ ਜਥੇ ਵਿੱਚ ਸ਼ਾਮਲ ਹੋਏ ਨਾ, ਉਹਨਾਂ ਦੀ ਇੱਕ ਪੁਸਤਕ ਹੈ ਭਾਈ ਜਸਵੰਤ ਸਿੰਘ ਜੀ ਲਿਖੀ ਚਿੱਟਾ ਚੋਲਾ। ਪਿਆਰ ਵਾਲੀ ਪੁਸਤਕ ਹੈ, ਪੜ੍ਹਨ ਵਾਲੀ। ਉਹਨਾਂ ਦਾ ਜੀਵਨ ਬੜਾ ਪਿਆਰ। ਉਹ ਮਹਾਂਪੁਰ ਜਦੋਂ ਚਾਈ ਚਾਈ ਚੋਲਾ ਪਹਿਨਿਆ ਨਾ, ਇਹ ਚੋਲਾ ਕਫਨੀ ਹੁੰਦੀ ਹੈ ਗੁਰਮੁਖ ਪਿਆਰਿਓ। ਕਫਨੀ ਹੈ ਇਹ, ਕਿ ਜੋ ਸੰਸਾਰ ਵੱਲੋਂ ਮਰ ਗਿਆ ਉਹ ਚੋਲਾ ਪਹਿਨਦਾ ਹੈ। गर इश्क किया है तो इश्क की तौहीन ना कर। जा तो बेहोश ना हो तो फिर होश में ना आ। जा तो बेहोश ही ना हो, जे तू बेहोश हो गया फिर मुड़ के होश विच ना आई। आखो सतनाम श्री वाहिगुरू। चोला पाउणा सौखा है, ਇਹਦੇ ਅਰਥਾਂ ਤੇ ਪਹਿਰਾ ਦੇਣਾ ਬੜਾ ਔਖਾ ਹੈ ਭਾਈ। ਮਰ ਜਾਂਦਾ ਹੈ ਉਹ ਜਿਹੜਾ ਇਹਦੇ ਅਰਥਾਂ ਤੇ ਪਹਿਰਾ ਦਿੰਦਾ ਹੈ। ਸੰਤ ਕਰਤਾਰ ਸਿੰਘ ਜੀ ਜਦੋਂ ਨਾ ਛੁੱਟੀ ਲੈ ਕੇ ਮਹਾਂਪੁਰਸ਼ਾਂ ਤੋਂ ਘਰੇ ਗਏ, ਬੜੇ ਚਾਅ ਦੇ ਨਾਲ ਚੋਲਾ ਪਾਇਆ ਬਈ ਮੈਂ ਭੂਰੇ ਕੋਨੇ ਚੱਲਿਆ ਹਾਂ। ਚਿੱਟਾ ਚੋਲਾ ਪਹਿਨਿਆ ਹੋਇਆ ਮਹਾਂਪੁਰਸ਼ਾਂ ਨੇ ਬੜੇ ਚਾਅ ਦੇ ਨਾਲ ਜਾ ਰਹੇ ਨੇ। ਤੇ ਇੱਕ ਬਜ਼ੁਰਗ ਨੇ ਜੋ ਉਸ ਸਮੇਂ ਖੇਤਾਂ ਦੇ ਵਿੱਚ ਪੱਠੇ ਵੱਢ ਰਿਹਾ ਸੀ, ਦੇਖਿਆ ਵੀ ਕਰਤਾਰ ਸਿੰਘ ਆ ਰਿਹਾ। ਉਹ ਬਜ਼ੁਰਗ ਹੈ ਕਰਤਾਰ ਸਿੰਘ ਜੀ, ਬੱਚੇ ਸਨ ਉਸ ਸਮੇਂ, ਕਿਸ਼ੋਰ ਅਵਸਥਾ ਵਿੱਚ ਸੀ। ਕਹਿੰਦੇ ਕਰਤਾਰ ਸਿੰਘ ਚੋਲਾ ਪਾ ਲਿਆ? ਕਹਿੰਦਾ ਹਾਂ ਬਾਪੂ ਜੀ ਪਾ ਲਿਆ। ਕਹਿੰਦਾ ਦੇਖੀ ਇਹਨੂੰ ਦਾਗ ਨਾ ਲੱਗਣ ਦਈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਉਸ ਬਜ਼ੁਰਗ ਦੀ ਇੱਕੋ ਗੱਲ ਦੇ ਵਿੱਚ ਕਿੱਡਾ ਵੱਡਾ ਰਹੱਸ ਹੈ ਕਿ ਇਸ ਨੂੰ ਦਾਗ ਨਾ ਲੱਗਣ ਦਈ। ਸੰਤ ਕਰਤਾਰ ਸਿੰਘ ਜੀ ਮਹਾਂਪੁਰਸ਼ਾਂ ਨੇ ਆਪਣੇ ਚਿੱਟੇ ਚੋਲੇ ਨੂੰ ਤਾਂ ਜ਼ਿੰਦਗੀ ਦਾਗ ਨਹੀਂ ਲੱਗਣ ਦਿੱਤਾ। ਗੁਰਮੁਖ ਪਿਆਰਿਓ, ਇਹ ਸਾਧੂਆਂ ਦੀਆਂ ਗੱਲਾਂ ਨੇ। ਆਓ ਮੈਂ ਉੱਥੇ ਹੀ ਲੈ ਆਵਾਂ ਆਪ ਜੀਆਂ ਨੂੰ। ਉਦੋਂ ਕਹਿਣ ਲੱਗਿਆ, ਕਹਿੰਦਾ ਜੀ ਮੇਰੀ ਨਿਗਾਹ ਨਾਲ ਤਾਂ ਇੰਜ ਲੱਗਦਾ ਹੈ ਕਿ ਆਮ ਕੋਈ ਇਹ ਰਮਤਾ ਕਮਲਾ ਰਮਲਾ ਜਿਹਾ ਹੈ। ਸਾਡੀ ਅੱਖ ਵੀ ਇਹੀ ਕਹਿੰਦੀ ਹੈ। ਦੇਖ ਲੈਂਦੇ ਹਾਂ ਪਰ ਇਹ ਨਹੀਂ ਪਤਾ ਇਹ ਸੰਤ ਕਿੰਨਾ ਕੁ ਪੁੱਗਿਆ ਹੋਇਆ ਹੈ। ਇਸ ਕਰਕੇ ਹੀ ਅਸੀਂ ਸੰਤ ਦੀ ਨਿਰਾਦਰੀ ਕਰ ਬੈਠਦੇ ਹਾਂ। ਇਸ ਕਰਕੇ ਹੀ ਅਸੀਂ ਪੜ੍ਹੇ ਲਿਖੇ ਯੁੱਗ ਦੇ ਅੰਦਰ ਐਸੀਆਂ ਐਸੀਆਂ ਗੱਲਾਂ ਮਹਾਂਪੁਰਸ਼ਾਂ ਨੂੰ ਕਹਿੰਦੇ ਆ ਭਾਈ, ਜੋ ਸਾਨੂੰ ਪਾਪ ਕਦੇ ਉਤਰਨ ਵਾਲਾ ਨਹੀਂ ਹੁੰਦਾ। ਜੀਵਨ ਦੇ ਅੰਦਰ ਹਮੇਸ਼ਾ ਤੋਲ ਕੇ ਬੋਲਿਆ ਜਾਵੇ, ਕਿਸੇ ਵੀ ਮਹਾਂਪੁਰਸ਼ ਦੀ ਨਿਰਾਦਰੀ ਨਾ ਕੀਤੀ ਜਾਵੇ ਭਾਈ। ਕਿਉਂਕਿ ਆਪਾਂ ਤਾਂ ਆਪਣੀ ਫਸੀ ਨਿਵੇੜਨ ਵਾਸਤੇ ਆਏ ਹਾਂ। ਆਪਾਂ ਤਾਂ ਆਪ ਹੀ ਇਤਨੇ ਭਰੇ ਹੋਏ ਹਾਂ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ ਦਇਆ ਕਰੋ ਕਿਛ ਮਿਹਰ ਅਪਾਵੋ ਡੁੱਬਦੇ ਪੱਥਰ ਤਾਰੇ। ਅਸੀਂ ਤਾਂ ਆਪ ਹੀ ਨਹੀਂ ਅਜੇ ਧੋਤੇ ਗਏ। ਸਾਡੇ ਤਾਂ ਆਪ ਹੀ ਅੰਦਰ ਇਤਨੀ ਹਉਮੈ ਅਹੰਕਾਰ ਮੈਲ ਭਰੀ ਪਈ ਹੈ। ਚਾਦਰ ਮੈਲੀ ਸਾਬਣ ਥੋੜਾ, ਜਲ ਦੇਖਾਂ ਤਦ ਰੋਵਾਂ ਬਹੁਤੇ ਦਾਗ ਲੱਗੇ ਤਨ ਮੇਰੇ ਮੈਂ ਕਿਹੜਾ ਕਿਹੜਾ ਧੋਵਾਂ। ਸਾਤੋਂ ਤਾਂ ਆਪਣੇ ਦਾਗ ਨਹੀਂ ਲੁਕੋ ਹੁੰਦੇ ਗੁਰਮੁਖ ਪਿਆਰਿਓ। ਇਹਨਾਂ ਦਾਗਾਂ ਦੀ ਕੋਈ ਕੀਮਤ ਨਾ ਸੀ। ਕਿਉਂ ਕਰ ਹੱਛੀ ਹੋਵਾਂ ਸ੍ਰੀ ਸਾਹਿਬ ਮੈਨੂੰ ਦਰਸ਼ਨ ਦੇਵੋ ਮੈਂ ਸੱਚੇ ਸਾਬਣ ਧੋਵਾਂ। ਗੁਰੂ ਪਿਆਰਿਓ, ਤੇ ਉਸ ਸਮੇਂ ਭਾਈ ਉਦੋਂ ਜੀ ਕਹਿਣ ਲੱਗੇ ਕ੍ਰਿਸ਼ਨ ਮਹਾਰਾਜ ਜੀਆਂ ਨੂੰ, ਕਹਿੰਦੇ ਮਹਾਰਾਜ ਮੇਰੀ ਨਜ਼ਰ ਦੇ ਅੰਦਰ ਤਾਂ ਇਹ ਰਮਤਾ ਹੈ, ਕਮਲਾ ਹੈ, ਝੱਲਾ ਹੈ। ਕ੍ਰਿਸ਼ਨ ਜੀ ਕਹਿੰਦੇ ਮੇਰੀ ਨਿਗਾਹ ਨਾਲ ਦੇਖ, ਮੇਰੀ ਨਿਗਾਹ ਨਾਲ ਦੇਖ। ਨਿਰਪੇਖੰ ਮਨ ਸ਼ਾਂਤ ਨਿਰਵੈਰੰ ਸਮਦਰਸ਼ਨੰ ਅਨੰਗ ਬ੍ਰਿਗਜਾਮ ਅਹੰਗ ਨਿਤੰ ਪੂਰੇ ਅਗਰੇਣੂ ਭੇ।
ਕਹਿੰਦੇ ਉਦੋਂ ਇਹ ਜਿਹੜੇ ਸੰਤ ਨੇ ਨਾ, ਐਸਾ ਬਚਨ ਵੀ ਆਉਂਦਾ, ਉਦੋਂ ਮੈਂ ਤੇ ਸੰਤ ਦੋ ਨਾਹੀ, ਮੈਂ ਹੀ ਬਸੋਂ ਸੰਤਨ ਰਿਦ ਮਾਹੀ। ਉਦੋਂ ਮੈਂ ਤੇ ਸੰਤ ਦੋ ਨਹੀਂ ਹਾਂ, ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ। ਉਹ ਸਾਈਂ ਜੀ ਵਰਗੇ ਨੇ ਵਿਸਰੇ ਨਾ ਨਾਮ ਜਿਨ੍ਹਾਂ ਨੂੰ, ਸਾਈਂ ਜੀ ਵਰਗੇ ਨੇ ਵਿਸਰੇ ਨਾ ਨਾਮ ਜਿਨ੍ਹਾਂ ਨੂੰ। ਵਿਸਰਦਾ ਉਹ ਸਾਈਂ ਵਰਗੇ ਹੀ ਨੇ ਭਾਈ। ਸਾਈਂ ਕਿਹੋ ਜਿਹਾ, ਉਹਨਾਂ ਗੁਰਮੁਖਾਂ ਵਰਗਾ। ਗੁਰਮੁਖ ਕਿਹੋ ਜਿਹੇ ਨੇ, ਸਾਈਂ ਵਰਗੇ ਨੇ। ਉਹਨਾਂ ਦੇ ਵਿੱਚ, ਗੁਰਮੁਖਾਂ ਦੇ ਵਿੱਚ ਕੋਈ ਭੇਦ ਨਹੀਂ। ਭਗਵਾਨ ਕ੍ਰਿਸ਼ਨ ਮਹਾਰਾਜ ਕਹਿੰਦੇ ਨਿਰਪੇਖੰ ਮਨ ਸ਼ਾਂਤ ਨਿਰਵੈਰੰ ਸਮਦਰਸ਼ਨੰ। ਕਹਿੰਦੇ ਇਹ ਉਹ ਨੇ ਭਾਈ ਜਿਨ੍ਹਾਂ ਦਾ ਕਿਸੇ ਨਾਲ ਕੋਈ ਵੈਰ ਨਹੀਂ ਹੈ। ਨਿਰਪੇਖੰ ਮਨ ਸ਼ਾਂਤ ਨਿਰਵੈਰੰ ਸਮਦਰਸ਼ਨੰ। ਇਹਨਾਂ ਦੀ ਸਮਬਿਰਤੀ ਹੈ। ਇਹਨਾਂ ਦੇ ਕੋਲ ਇਹਨਾਂ ਦਾ ਮਿੱਤਰ ਆ ਗਿਆ, ਉਸ ਨੂੰ ਵੀ ਉਹੋ ਜਿਹੀ ਪਿਆਰ ਤੇ ਉਪਦੇਸ਼। ਇਹਨਾਂ ਦੇ ਕੋਲ ਕੋਈ ਇਹਨਾਂ ਦੀ ਨਿੰਦਿਆ ਕਰਨ ਵਾਲਾ ਆ ਗਿਆ, ਉਹਨਾਂ ਨੂੰ ਵੀ ਉਹੋ ਜਿਹੀ ਪਿਆਰ ਤੇ ਉਪਦੇਸ਼। ਇਹਨਾਂ ਨੂੰ ਕੋਈ ਹੈ ਹੀ ਨਹੀਂ ਹੈ, क्योंकि ये अंदरों ना अब हम चली ठाकुर पै हार, जब हम शरण प्रभु की आई, राख प्रभु भावे मार। लोकन की चतुराई उपमा ते वै संतर जार, कोई भला कहो भावे बुरा कहो, हम तो तन दियो है ढाल। ये अपना तन मन गुरु नूं सौंप के कोई भला कही जावे कोई बुरा कही जावे, और ये दूजे दे औगण देख के पड़दे भी ढकदे ने। निरपेखंग मन शांत, किसी दे माड़े कर्म नूं देख के उजागर नहीं करते, ओदी गल दी डौंडी नहीं पिटदे, फिर भी ओदा पड़दा ढकदे ने कि इहदा पड़दा ढकिया जावे। ते कृष्ण भगवान दे बचन निरपेखंग मन शांत, शांति, धीरजता, सत संतोख, दया, धर्म, धीरज, ਇਹ दैवी गुणां ਦੇ ਧਾਰਨੀ ਹੋਇਆ ਕਰਦੇ ਨੇ ਮਹਾਂਪੁਰਸ਼। ਮਨ ਸ਼ਾਂਤ, ਸਦਾ ਹੀ ਸ਼ਾਂਤੀ ਦੇ ਵਿੱਚ ਰਹਿੰਦੇ ਨੇ। ਨਿਰਵੈਰੰ ਸਮਦਰਸ਼ਨੰ, ਇਹਨਾਂ ਦਾ ਕਿਸੇ ਨਾਲ ਵੈਰ ਨਹੀਂ ਹੈ। ਅਨੰਗ ਬ੍ਰਿੰਜਾਮ ਅਹੰਗ ਨਿਤੰ ਪੂਰੇ ਅਗਰੇਣੂ ਭੇ। ਕਹਿੰਦੇ ਉਦੋਂ ਜਦੋਂ ਇਹ ਚੱਲਦੇ ਨੇ
ਔਰ ਇਹਨਾਂ ਦੇ ਚੱਲਣ ਦੇ ਨਾਲ ਆਪਾਂ ਕਹਿੰਦੇ ਟੇਢੇ ਮੇਢੀ ਚਾਲ ਚੱਲ ਰਹੇ ਨੇ ਜੀ। ਭਗਤਾਂ ਤੇ ਸਹਿਸਾਰੀਆਂ, ਇਹ ਵੀ ਟੇਢੀ ਮੇਢੀ ਚਾਲ ਹੈ। ਆਪਣੀ ਚਾਲ ਹੋਰ ਹੈ, ਸਾਧੂਆਂ ਦੀ ਹੋਰ ਹੈ। ਮੇਰੀ ਚਾਲ ਹੈ ਕਿ ਮੈਂ ਆਪਣੇ ਆਪ ਨੂੰ ਉਜਾਗਰ ਕਰਾਂ ਦੁਨੀਆ ਦੇ ਅੰਦਰ, ਆਪਣੀ ਸੇਵਾ, ਆਪਣੇ ਕੀਰਤਨ ਨੂੰ ਲੋਕਾਂ ਦੇ ਵਿੱਚ ਸੁਣਾਵਾਂ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸਾਧੂ ਦਾ ਕੀ ਕੰਮ ਹੈ ਕਿ ਮੈਨੂੰ ਕੋਈ ਵੇਖ ਨਾ ਲਵੇ, ਮੈਨੂੰ ਕੋਈ ਪਰਖ ਨਾ ਲਵੇ, ਮੈਂ ਲੁਕ ਕੇ ਰਵਾਂ। ਬਹੁਤ ਫਰਕ ਹੈ ਪਰਮਾਰਥ ਦਾ। ਪਰਮਾਰਥ ਦਾ ਤੇ ਸੰਸਾਰ ਦਾ ਇਹ ਜੋੜ ਕਦੇ ਆ ਨਹੀਂ ਸਕਦਾ। ਜੋ ਸੰਸਾਰ ਦੇ ਨਾਲ ਅਟੈਚ ਹੈ, ਸੰਸਾਰ ਨੂੰ ਦਿਖਾਉਣਾ ਚਾਹੁੰਦਾ, ਜੇ ਸੰਸਾਰੀ ਹੈ, ਕਰਤਾਰੀ ਨਹੀਂ। ਜਿੱਦਨ ਕਰਤਾਰੀ ਬਣੇਗਾ ਫਿਰ ਉਹ ਲੁਕ ਜਾਵੇਗਾ, ਸੰਸਾਰ ਤੋਂ ਲੁਕ ਕੇ ਰਹੇਗਾ। ਗੁਰਮੁਖ ਪਿਆਰਿਓ, ਭਗਵਾਨ ਕ੍ਰਿਸ਼ਨ ਕਹਿੰਦੇ ਜਦੋਂ ਇਹ ਚੱਲਦੇ ਨੇ ਟੇਢੀ ਮੇਢੀ ਚਾਲ ਹੀ ਚੱਲਦੇ ਨੇ। ਕਹਿੰਦੇ ਉਸ ਸਮੇਂ, ਕਿਉਂਕਿ ਗਿਆਨਵਾਨ ਵਿਦਵਾਨ ਕਹਿੰਦੇ ਨੇ ਨਦੀ ਸੰਤ ਔਰ ਮੇਘੁਲਾ ਚਲਹਿ ਭੁਯੰਗਮ ਚਾਲ। ਕਹਿੰਦੇ ਨਦੀ ਹੋਵੇ, ਬੱਦਲ, ਮੇਘੁਲਾ ਤੇ ਸੰਤ, ਇਹਨਾਂ ਦੀ ਚਾਲ ਬੜੀ ਚਲਹਿ ਭੁਯੰਗਮ। ਭੁਯੰਗਮ ਕਹਿੰਦੇ ਨੇ ਸੱਪ ਨੂੰ। ਇਹਨਾਂ ਦੀ ਚਾਲ ਸਰਪ ਵਰਗੀ ਹੁੰਦੀ ਹੈ। ਸੱਪ ਵੀ ਟੇਢਾ ਮੇਢਾ ਚੱਲਦਾ ਹੈ। ਸੰਤ ਜੀ ਮਹਾਰਾਜ ਬਾਬਾ ਨਰੈਣ ਸਿੰਘ ਜੀ, ਜਿਨ੍ਹਾਂ ਦੀ ਯਾਦ ਦੇ ਅੰਦਰ ਬੈਠੇ ਹੋ, ਕਿੰਨੀਆਂ ਟੇਢੀਆਂ ਮੇਢੀਆਂ ਚਾਲਾਂ, ਕਦੇ ਕਿਤੇ ਬੈਠ ਕੇ, ਕਦੇ ਕਿਤੇ ਬੈਠ ਕੇ, ਕਦੇ ਕਿਤੇ ਝੜੀਆਂ ਦੇ ਵਿੱਚ ਬੈਠ ਕੇ ਮੈਂ ਲੁਕ ਜਾਵਾਂ, ਲੁਕ ਜਾਵਾਂ ਮੈਂ। ਗੁਰਮੁਖ ਪਿਆਰਿਓ, ਪਰ ਅੱਗੇ ਵਿਦਵਾਨ ਕੀ ਕਹਿੰਦਾ? ਕਹਿੰਦਾ ਜਹ ਜਹ ਥਾਉ ਪਗ ਧਰੈ ਤਹ ਤਹ ਕਰਤ ਨਿਹਾਲ। ਜਿੱਥੇ ਜਿੱਥੇ ਨਦੀ ਪੈਰ ਧਰ ਦੇਵੇ ਉੱਥੇ ਸਬਜ਼ ਜਵਾਗ ਹੋ ਜਾਂਦਾ ਹੈ, ਉੱਥੇ ਪਾਣੀ ਦੇ ਨਾਲ ਖੇਤੀ ਹਰੀ ਭਰੀ ਹੋ ਜਾਂਦੀ ਹੈ, ਕਿੰਨੇ ਕਾਰਜ ਸਵਾਰਦੀ ਹੈ। ਔਰ ਜਿੱਥੇ ਸੰਤ ਆਪਣੇ ਚਰਨ ਪਾ ਦਿੰਦਾ ਹੈ ਉਹ ਧਰਤੀ ਭਾਗਾਂ ਵਾਲੀ ਹੋ ਜਾਂਦੀ ਹੈ। ਔਰ ਉਸ ਧਰਤੀ ਤੇ ਆਉਣ ਵਾਲੇ ਜਿਹੜੇ ਜੀਵ ਨੇ, ਜਿਹੜੇ ਉਸ ਸਾਧੂ ਗੁਰਮੁਖ ਮਹਾਪੁਰਸ਼ ਦੀ ਸੰਗਤ ਕਰਨ ਵਾਲੇ ਨੇ, ਜਿਨ੍ਹਾਂ ਦਾ ਉਹਨਾਂ ਦੇ ਨਾਲ ਸੰਸਕਾਰ ਜੁੜੇ ਹੋਏ ਨੇ, ਉਹਨਾਂ ਨੂੰ ਭਾਈ ਨਿਹਾਲ ਕਰ ਦਿੰਦੇ ਨੇ। ਨਦੀ ਸੰਤ ਅਰ ਮੇਘੁਲਾ ਚਲਹਿ ਭੁਯੰਗਮ ਚਾਲ ਜੈ ਜੈ ਥਾਉ ਪਗ ਧਰੈ ਤਹ ਤਹ ਕਰਤ ਨਿਹਾਲ। ਜਿੱਥੇ ਜਿੱਥੇ ਚਰਨ ਧਰ ਦੇਣ ਉਹਨਾਂ ਨੂੰ ਨਿਹਾਲਤਾ ਬਖਸ਼ੀ ਕਰਦੇ ਜਾਂਦੇ ਨੇ। ਭਗਵਾਨ ਕ੍ਰਿਸ਼ਨ ਕਹਿੰਦੇ ਜਦੋਂ ਫਿਰ ਧੂੜ ਉੱਡਦੀ ਹੈ ਮੇਰੇ ਮੱਥੇ ਤੇ ਪੈਂਦੀ ਹੈ, ਇਹਨਾਂ ਦੀ ਧੂੜ ਦੇ ਨਾਲ ਮੈਂ ਪਵਿੱਤਰ ਹੁੰਦਾ ਹਾਂ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਦੇਖੋ ਕਿੱਡਾ ਵੱਡਾ ਇੱਕ ਦੁਆਪਰ ਯੁੱਗ ਦੇ ਅਵਤਾਰ ਭਗਵਾਨ ਕ੍ਰਿਸ਼ਨ ਜੀ ਇਹ ਬਚਨ ਕਹਿੰਦੇ ਨੇ ਕਿ ਮੈਂ ਸਾਧ ਦੀ ਧੂੜੀ ਦੇ ਨਾਲ ਪਵਿੱਤਰ ਹੁੰਦਾ ਹਾਂ, ਤੇ ਆਪਣੇ ਵਿੱਚ ਤਾਂ ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ। ਇਤਨੇ ਔਗਣ ਨੇ ਤੇ ਆਪਾਂ ਭਾਈ ਆਲੋਚਨਾ ਉਹਨਾਂ ਦੀ, ਨਿੰਦਿਆ ਉਹਨਾਂ ਦੀ ਕਰਨ ਲੱਗ ਪੈਂਦੇ ਆ। ਜਿਸ ਤਰ੍ਹਾਂ ਕਹਿੰਦੇ ਨੇ ਆਪ ਨੰਦੇਹ ਚਰੂ ਪਰ ਪਾਣੀ ਤਹ ਨਿੰਦਾ ਜੈ ਗੰਗਾ ਆਨੀ। ਆਪ ਤਾਂ ਚੂੜੀ ਭਰ ਕੇ ਕਿਸ ਨੂੰ ਪਾਣੀ ਦੀ ਨਹੀਂ ਪਿਆ ਹੁੰਦੀ, ਤੇ ਨਿੰਦਿਆ ਗੁਰਮੁਖ ਪਿਆਰਿਓ ਉਹਨਾਂ ਦੀ ਕਰਦੇ ਹਾਂ ਜਿਹੜੇ ਗੰਗਾ ਤੋਂ ਗੰਗਾ ਜੀ ਦਾ ਜਲ ਲਿਆ ਕੇ ਛਕਾਉਂਦੇ ਨੇ, ਭਾਵ ਇਤਨਾ ਪਰਉਪਕਾਰ ਕਰਦੇ ਨੇ। ਨਿੰਦਿਆ ਆਪਾਂ ਉਹਨਾਂ ਦੀ ਕਰਨ ਲੱਗ ਪੈਂਦੇ ਆ। ਗੁਰਮੁਖ ਪਿਆਰਿਓ, ਇਹ ਧੂੜੀ ਜਿਹੜੀ ਹੈ ਜੋ ਪਿਛਲੇ ਮਹੀਨੇ ਦੇ ਅੰਦਰ ਸਤਿਗੁਰੂ ਮਹਾਰਾਜ ਨੇ ਬਚਨ ਮਾਘ ਦੇ ਮਹੀਨੇ ਦਾ ਫਲਾਦੇਸ਼ ਸਰਬੱਤਰ ਨੂੰ ਹੀ ਪਤਾ ਹੈ, ਹਰੇਕ ਦੇ ਮੁਖ ਤੇ ਬਚਨ ਚੜਿਆ ਹੁੰਦਾ, ਮਾਘ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਪਰ ਇਹ ਬਚਨ ਪੜ੍ਹ ਲੈਂਦੇ ਆ, ਅਸਰ ਨਹੀਂ ਕਰਦੇ ਕਿ ਮਹਾਰਾਜ ਨੇ ਤਾਂ ਕਿਹਾ ਸਾਧੂਆਂ ਦੀ ਧੂੜੀ ਵਿੱਚ ਇਸ਼ਨਾਨ ਕਰਨਾ ਹੈ। ਫਿਰ ਵਿੰਗੇ ਟੇਢੇ ਆਪਣੀ ਉਹ ਵਿਦਵਤਾ ਦੇ ਨਾਲ ਇਹ ਕਹਿਣਾ ਚਾਹੁੰਦੇ ਆ ਨਹੀਂ ਜੀ ਉਹਦੇ ਚਰਨਾਂ ਦੀ ਧੂੜ ਨਹੀਂ, ਉਹ ਤਾਂ ਬਾਣੀ ਦੀ ਗੱਲ ਕੀਤੀ ਹੈ, ਨਹੀਂ ਜੀ ਉਹ ਤਾਂ ਉਹਦੇ ਉਪਦੇਸ਼ ਦੀ ਗੱਲ ਕੀਤੀ ਹੈ। ਚਲੋ ਜੇ ਉਪਦੇਸ਼ ਦੀ ਗੱਲ ਕਰਦੇ ਆ ਫਿਰ ਕਿਹੜਾ ਸਾਧੂ ਆਪਣੇ ਚਰਨਾਂ ਤੇ ਮੱਥੇ ਟਿਕਾਉਂਦਾ ਹੈ, ਫਿਰ ਕਿਹੜਾ ਆਪਣੇ ਗੋਡੇ ਘਟਾਉਂਦਾ ਹੈ, ਉਹ ਵੀ ਤਾਂ ਬਾਣੀਓ ਪੜਾਉਂਦਾ ਹੈ। ਗੁਰਮੁਖ ਪਿਆਰਿਓ, ਉਹਦਾ ਸਤਿਕਾਰ ਹੈ, ਅਦਬ ਹੈ। ਸਤਿਗੁਰੂ ਮਹਾਰਾਜ ਨੇ ਕੀਤਾ। ਗੁਰੂ ਨਾਨਕ ਮਹਾਰਾਜ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਅੱਜ ਤੱਕ ਵੀ ਇਹੀ ਆਵਾਜ਼ ਆਉਂਦੀ ਹੈ ਕਿ ਭਾਈ ਸਾਧੂਆਂ ਦਾ ਅਦਬ ਔਰ ਸਤਿਕਾਰ ਰੱਖਣਾ ਹੈ। ਉਹ ਸਾਧੂ ਜੋ ਕਿਛ ਕਰੈ ਸੋਈ ਪ੍ਰਭ ਮਾਨੈ, ਓਏ ਰਾਮ ਨਾਮ ਰੰਗ ਰਾਤੇ ਤਿਨ ਕੀ ਸੋਭਾ ਸਭਨੀ ਥਾਈ, ਜਿਨ ਪ੍ਰਭ ਕੇ ਚਰਨ ਪਰਾਤੇ ਮੇਰੇ ਰਾਮ। ਸੰਤਾਂ ਜੇਵੜ ਨਾ ਕੋਈ ਭਗਤਾਂ ਬਣ ਆਈ, ਪ੍ਰਭ ਆਪਣੇ ਸਿਉ ਜਲ ਥਲ ਮਹੀਲ ਸੋਈ। ਰਹਾਓ ਕੋਟ ਅਪਰਾਧੀ ਸੰਤ ਸੰਗ ਉਦਰੈ, ਜਮ ਤਾਂ ਕੈ ਨੇੜ ਨਾ ਆਵੈ, ਜਨਮ ਜਨਮ ਕਾ ਵਿਛੜਿਆ ਹੋਵੇ ਤਿਨ ਹਰ ਸਿਉ ਆਣ ਮਿਲਾਵੇ। ਮਾਇਆ ਮੋਹ ਭਰਮ ਭਉ ਘਾਟੈ, ਸੰਤ ਸਰਨ ਜੋ ਆਵੇ, ਜਿਹਾ ਮਨੋਰਥ ਕਰ ਆਰਾਧੈ, ਸੋ ਸੰਤਨ ਤੇ ਪਾਵੈ। ਜਨ ਕੀ ਮਹਿਮਾ ਕੇਤਕ ਵਰਨੋ,
ਜੋ ਪ੍ਰਭ ਆਪਣੇ ਭਾਣੇ, ਕਹੋ ਨਾਨਕ ਜਿਨ ਸਤਿਗੁਰ ਭੇਟਿਆ, ਸੇ ਸਭ ਤੇ ਭਏ ਨਿਕਾਣੇ। ਮੈਂ ਅਰਥਾਂ ਵਿੱਚ ਨਾ ਜਾਵਾਂ, ਸਮਾਂ ਮੇਰਾ 3 ਮਿੰਟ ਦਾ ਰਹਿੰਦਾ ਹੈ। ਗੁਰੂ ਸਵਾਰਿਓ, ਸਤਿਗੁਰੂ ਜੀ ਤਾਂ ਮੇਰੇ ਇਤਨੀ ਵਡਿਆਈ ਕਰਦੇ ਨੇ ਆਪਣੇ ਸੰਤ ਦੀ। ਗੁਰੂ ਅਰਜਨ ਦੇਵ ਪਾਤਸ਼ਾਹ ਸਾਹਿਬ ਜੀ ਕਹਿੰਦੇ, ਮੇਰੇ ਰਾਮ ਸੰਤਾਂ ਜੇਵੜ ਨਾ ਕੋਈ, ਸੰਤਾਂ ਵਰਗਾ ਕੋਈ ਨਹੀਂ ਹੈ। ਕਿਉਂ? ਉਹ ਕਹਿੰਦੇ ਆਪ ਸਮਰੱਥ ਹੈ, ਹਾਥ ਧਰੈ ਮੱਥ ਹੈ, ਸਗਲ ਦੁੱਖ ਲੱਥ ਹੈ, ਚਿੰਤ ਕੋ ਬਿਲਾਏ ਹੈ। ਕਵੀਰਾਜ ਭਾਈ ਸੰਤੋਖ ਸਿੰਘ, ਰਾਸ ਤੀਸਰੀ, ਸੂਰਜ ਪ੍ਰਕਾਸ਼। ਇਹ ਬਚਨ ਕਹਿੰਦੇ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਸਾਹਿਬ ਜੀ ਨੇ ਮਾਤਾ ਗੰਗਾ ਆਪਣੀ ਧਰਮ ਸਪਤਨੀ ਨੂੰ ਕਿਹਾ ਸੀ ਕਿ ਇਹ ਜਿਹੜੇ ਸਾਧੂ ਨੇ, ਬਾਬਾ ਬੁੱਢਾ ਸਾਹਿਬ ਜੀ ਵਰਗੇ, ਇਹ ਆਪ ਸਮਰੱਥ ਹੈ, ਇਹ ਸਰਬ ਸ਼ਕਤੀਮਾਨ ਨੇ, ਪਰ ਆਪਣੇ ਆਪ ਨੂੰ ਲੁਕੋ ਕੇ ਰੱਖਦੇ ਨੇ। ਆਪ ਸਮਰੱਥ ਹੈ, ਹਾਥ ਧਰੈ ਮੱਥ ਹੈ, ਜਿਹਦੇ ਮੱਥੇ ਤੇ ਆਪਣਾ ਹੱਥ ਧਰ ਦੇਣ, ਸਗਲ ਦੁੱਖ ਲੱਥ ਹੈ, ਉਹਦੇ ਸਾਰੇ ਦੁੱਖਾਂ ਨੂੰ ਖਤਮ ਕਰ ਦਿੰਦੇ ਨੇ। ਚਿੰਤ ਕੋ ਬਿਲਾਏ ਹੈ, ਚਿੰਤ ਨੂੰ ਤਾਂ ਚੁਰਾ ਹੀ ਲੈਂਦੇ ਨੇ, ਖਤਮ ਹੀ ਕਰ ਦਿੰਦੇ ਨੇ। ਐਸੇ ਹੁੰਦੇ ਨੇ ਗੁਰਮੁਖ, ਐਸੇ ਹੁੰਦੇ ਨੇ ਸਾਧੂ। ਸੋ ਜਿਨ੍ਹਾਂ ਗੁਰੂ ਸਵਾਰੇ, ਗੁਰੂ ਪਿਆਰਿਆਂ ਦੀ ਯਾਦ ਦੇ ਅੰਦਰ ਆਪ ਜੀ ਬੈਠੇ ਹੋ ਗੁਰਮੁਖ ਪਿਆਰਿਓ, ਉਹਨਾਂ ਨੇ ਇਹਨਾਂ ਸ਼ਬਦਾਂ ਤੇ ਪਹਿਰਾ ਦਿੱਤਾ। ਤਾਂ ਜ਼ਿੰਦਗੀ ਪਹਿਲੋਂ ਬੰਦਗੀ ਕੀਤੀ, ਬੰਦਗੀ ਦਾ ਧਨ ਇਕੱਠਾ ਕੀਤਾ। ਜਿਸ ਤਰ੍ਹਾਂ ਅਸੀਂ, ਮੈਂ ਤੇ ਤੁਸੀਂ ਸੰਸਾਰੀ ਜੀਵ, ਆਪਾਂ ਵੀ ਧਨ ਇਕੱਠਾ ਕਰਦੇ ਹਾਂ ਕਿ ਮੇਰੇ ਪੁੱਤਰ ਧੀ, ਮੇਰੀ ਆਉਣ ਵਾਲੀ ਸੰਤਾਨ ਇਸ ਧਨ ਤੋਂ ਲਾਹਾ ਲਏਗੀ, ਤਦੇ ਆਪਾਂ ਭੱਜੇ ਨੱਠੇ ਫਿਰਦੇ ਹਾਂ। ਤੇ ਗੁਰਮੁਖ ਪਿਆਰਿਓ, ਜਿਹੜੇ ਸਾਧੂ ਨੇ, ਉਹ ਨਾਮ ਦਾ ਧਨ ਇਕੱਠਾ ਕਰਦੇ ਨੇ। ਗ੍ਰਸਤੀ ਜੀਵਨ ਦੇ ਵਿੱਚ ਵੀ ਰਹੇ, ਗ੍ਰਸਤ ਦੇ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਹੋਇਆਂ ਕਰਤਾਰੀ ਡਿਊਟੀ, ਜੋ ਮੇਰੀ ਤੁਹਾਡੀ ਸਾਰਿਆਂ ਦਾ ਫਰਜ਼ ਬਣਦਾ ਹੈ, ਸਾਰਿਆਂ ਦੇ ਸਿਰ ਤੇ ਇਹ ਡਿਊਟੀ ਲੱਗੀ ਹੋਈ ਕਿ ਵਾਹਿਗੁਰੂ ਜੀ ਦਾ ਨਾਮ ਜਪਣਾ। ਵਰਕਾਇ ਤੇਰੇ ਕਿਤੇ ਨਾ ਕਾਮ, ਵਾਹਿਗੁਰੂ ਜੀ ਦਾ ਨਾਮ ਜਪਣਾ। ਉਸ ਡਿਊਟੀ ਨੂੰ ਉਹਨਾਂ ਮਹਾਪੁਰਸ਼ਾਂ ਨੇ ਨਿਭਾਇਆ ਭਾਈ, ਤੇ ਉਹਨਾਂ ਗੁਰੂ ਸਵਾਰਿਆਂ ਨੇ ਬੰਦਗੀ ਦਾ ਧਨ, ਸਿਮਰਨ ਦਾ ਧਨ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ। ਇਹ ਧਨ ਐਸਾ ਹੈ, ਭਾਈ ਨੰਦ ਲਾਲ ਜੀ ਬਚਨ ਕਰਦੇ ਨੇ, ਕਹਿੰਦੇ ਦੌਲਤੇ ਜਾਵੇਦ ਵਾਸ਼ਦ ਬੰਦਗੀ, ਬੰਦਗੀ ਕੁਨ ਬੰਦਗੀ, ਕੁਨ ਬੰਦਗੀ। ਭਾਈ ਨੰਦ ਲਾਲ ਸਾਹਿਬ ਕਹਿੰਦੇ ਬਹੁਤ ਵੱਡੀ ਦੌਲਤ ਹੈ ਗੁਰਮੁਖੋ। ਦੌਲਤੇ ਜਾਵੇਦ ਵਾਸ਼ਦ ਬੰਦਗੀ, ਬੰਦਗੀ ਕੁਨ ਬੰਦਗੀ, ਕੁਨ ਬੰਦਗੀ, ਕੁਨ ਬੰਦਗੀ। ਤੂੰ ਬੰਦਗੀ ਕਰ, ਤੂੰ ਬੰਦਗੀ ਕਰ, ਤੂੰ ਬੰਦਗੀ ਕਰ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਫਿਰ ਬੰਦਗੀ ਕਰਕੇ ਇਤਨਾ ਨਾਮ ਦਾ ਧਨ ਇਕੱਠਾ ਹੋ ਗਿਆ। ਹੁਣ ਉਸ ਧਨ ਨੂੰ ਸੋਮ ਦੇ ਧਨ ਵਾਂਗੂ ਇਕੱਠਾ ਕਰਕੇ ਰੱਖਿਆ ਨਹੀਂ, ਕਿਉਂਕਿ ਜਿਹੜਾ ਸੋਮ ਦਾ ਧਨ ਹੈ ਭਾਈ, ਉਹ ਇਕੱਠਾ ਕੀਤੇ ਹੀ ਰਹਿ ਜਾਂਦਾ ਹੈ, ਉਹ ਦੂਜੇ ਦੀ ਵਰਤੋਂ ਵਿੱਚ ਨਹੀਂ ਆਉਂਦਾ। ਫਿਰ ਇਹ ਗੁਰਮੁਖ ਪਿਆਰੇ ਪੁਲ ਲਾ ਦਿੰਦੇ ਨੇ, ਆਓ ਭਾਈ ਸਦਾ ਬਹਾਰ, ਸਦਾ ਵਰਤ ਲਾ ਦਿੰਦੇ ਨੇ, ਆਓ ਭਾਈ ਜਿਹੜਾ ਵੀ ਆ ਜਾਵੇਗਾ ਉਹ ਇਸ ਧਨ ਦੇ ਵਿੱਚੋਂ ਖਜ਼ਾਨੇ ਲੁੱਟ ਲੁੱਟ ਕੇ ਲੈ ਜਾਵੇਗਾ। ਇਹ ਧਨ ਕਿਹੜਾ? ਨਾਮ ਦਾ ਧਨ। ਜਦੋਂ ਕੀਰਤਨ ਦੀਆਂ ਸ਼ਹਿਬਰਾਂ ਉਹਨਾਂ ਮਹਾਪੁਰਸ਼ਾਂ ਨੇ ਲਗਾਉਣੀਆਂ ਭਾਈ, ਤੇ ਫਿਰ ਨਾਮ ਦਾ ਧਨ ਲੁੱਟਣ ਵਾਲੇ, ਲੂਟਣਾ ਹੈ ਤੋ ਲੂਟ ਲੈ, ਰਾਮ ਨਾਮ ਹੈ ਲੂਟ। ਉਹਨਾਂ ਨੇ ਨਾਮ ਦਾ ਧਨ ਲੁਟਾਇਆ। ਫਿਰ ਹਰ ਇੱਕ ਸਾਥ ਆਇਆ ਬੁਰਸਾਣੇ ਬਹੁ ਤੇਰੇ। ਇੱਕ ਨੇ ਧਨ ਇਕੱਠਾ ਕਰ ਲਿਆ, ਅੱਜ ਆਪਾਂ ਕਿੰਨੇ ਹੀ ਉਹਨਾਂ ਦੇ ਨਾਮ ਦੇ ਧਨ ਨੂੰ ਖਾ ਰਹੇ ਹਾਂ ਗੁਰਮੁਖ ਪਿਆਰਿਓ। ਆ ਬਰਕਤਾਂ ਨੇ, ਲੰਗਰਾਂ ਦੇ ਭੰਡਾਰੇ, ਇਹ ਆ ਏਡੀਆਂ ਏਡੀਆਂ ਇਮਾਰਤਾਂ ਜੋ ਬਾਬਾ ਭਰਪੂਰ ਸਿੰਘ ਜੀ ਮਹਾਪੁਰਸ਼ ਸਿੱਖ ਪੰਥ ਕੌਮ ਸਮਾਜ ਦੀ ਸੇਵਾ ਕਰਦੇ ਨੇ, ਸਭ ਉਹਨਾਂ ਦੀਆਂ ਹੀ ਬਰਕਤਾਂ ਨੇ ਭਾਈ, ਉਹਨਾਂ ਦੇ ਨਾਮ ਦੀਆਂ ਕਮਾਈਆਂ ਨੇ। ਇਹਨਾਂ ਮਹਾਪੁਰਸ਼ਾਂ ਦੀ ਤਪੱਸਿਆ ਹੈ, ਬੰਦਗੀ ਹੈ, ਸੇਵਾ ਹੈ, ਸਾਧਨਾ ਹੈ। ਤੇ ਗੁਰੂ ਸਵਾਰੇ, ਗੁਰੂ ਪਿਆਰਿਓ, ਫਿਰ ਉਹਨਾਂ ਨੇ ਪ੍ਰਚਾਰ ਪ੍ਰਸਾਰ ਦੇ ਦੁਆਰਾ ਗੁਰਸੰਗਤ ਦੀ ਸੇਵਾ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਕਲਗੀਧਰ ਦੀ ਖੁਸ਼ੀ ਪ੍ਰਾਪਤ ਕੀਤੀ ਹੈ। ਤੇ ਖੁਸ਼ੀ ਪ੍ਰਾਪਤ ਕਰਦਿਆਂ ਕਰਦਿਆਂ ਜਿਸ ਦਿਨ ਆਪ ਜੀ ਨੇ ਅੰਤਮ ਸਵਾਸ ਲਏ ਨ, ਫਤਿਹਗੜ੍ਹ ਸਾਹਿਬ ਜੀ ਦੀ ਪਾਵਨ ਧਰਤੀ ਹੈ ਗੁਰੂ ਸਵਾਰਿਓ, ਜੋ ਸਾਡੇ ਕੋਲ ਸਭ ਨਾਲੋਂ ਮਹਿੰਗੀ ਧਰਤੀ, ਸਭ ਨਾਲੋਂ ਮਹਿੰਗੀ ਧਰਤੀ ਹੈ ਸਾਡੇ ਕੋਲ। ਸਿੱਖੋ ਕਿਸੇ ਕੋਲ ਇਹ ਧਰਤੀ ਨਹੀਂ ਹੈ। ਸਾਡੇ ਸਾਹਿਬਜ਼ਾਦਾ ਸਾਹਿਬ ਜੀ, ਸਤਿਕਾਰਯੋਗ ਮਾਤਾ ਸਾਹਿਬ ਜੀਆਂ ਦੇ ਸੰਸਕਾਰ ਕਰਨ ਵਾਸਤੇ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਧਰਤੀ ਖਰੀਦੀ ਗਈ ਹੈ। ਗੁਰੂ ਪਿਆਰਿਓ, ਉਸ ਧਰਤੀ ਤੇ ਆਪਣੇ ਵੱਡਿਆਂ ਦੀਆਂ, ਸ਼ਹੀਦਾਂ ਦੀਆਂ ਯਾਦਾਂ ਮਨਾਉਣ ਵਾਸਤੇ ਜਦੋਂ ਮਹਾਪੁਰਸ਼ ਨਗਰ ਕੀਰਤਨ ਲੈ ਕੇ ਗਏ ਨ, ਤੇ ਉੱਥੋਂ ਆਪ ਜੀ ਨੇ ਫਿਰ 2 ਤਲਵਾਰਾਂ ਆਪਣੇ ਹੱਥਾਂ ਵਿੱਚ ਲਈਆਂ। ਜਦੋਂ ਸਾਰੇ ਸਿੰਘ ਗੱਤਕਾ ਖੇਡਦੇ ਤੇ ਮਹਾਪੁਰਸ਼ਾਂ ਨੇ ਵੀ ਗੱਤਕਾ ਖੇਡਣ ਦਾ ਚਾਅ ਮਨ ਦੇ ਅੰਦਰ ਉਬਾਲਾ,
ਕਿ ਮੈਂ ਵੀ ਸਾਹਿਬਜ਼ਾਦਿਆਂ ਨੂੰ ਖੁਸ਼ ਕਰਾਂ, ਉਹਨਾਂ ਗੁਰੂ ਸਵਾਰਿਆਂ ਨੇ 2 ਤਲਵਾਰਾਂ ਆਪਣੇ ਹਸਤ ਕਮਲਾਂ ਵਿੱਚ ਲਈਆਂ ਤੇ ਗੱਤਕਾ ਜੋ ਸਾਨੂੰ ਸਾਡੇ ਮਹਾਰਾਜ ਸਾਹਿਬ ਜੀਆਂ ਨੇ ਸ਼ਸਤਰ ਵਿਦਿਆ ਦਿੱਤੀ ਹੈ, ਸ਼ਾਸਤਰ ਵੀ ਔਰ ਸ਼ਸਤਰ ਵੀ, 2 ਵਿਦਿਆ ਗੁਰੂ ਘਰ ਦੇ ਵਿੱਚੋਂ ਸਾਨੂੰ ਪ੍ਰਾਪਤ, ਬ੍ਰਹਮ ਵਿਦਿਆ ਦੀ ਦਾਤ ਵੀ ਤੇ ਸ਼ਸਤਰ ਦੀ ਵਿਦਿਆ। ਇਹ ਵੀ ਜ਼ਰੂਰੀ ਹੈ ਸਾਰਿਆਂ ਵਾਸਤੇ, ਕਿਉਂਕਿ ਸ਼ਸਤਰ ਤੋਂ ਬਗੈਰ ਵੀ ਮਹਾਰਾਜ ਨੇ ਵਚਨ ਕੀਤੇ ਨੇ, ਬਿਨਾ ਸ਼ਸਤਰ ਕੇ ਸੰਗ ਨਰੰਗ ਪੇੜ ਜਾਨੋ, ਗਹਿ ਤਾਂ ਕਾਨ ਤਾਂ ਕੋ ਕਿਤੈ ਲੈ ਸਿਧਾਨੋ। ਕੰਨ ਤੋਂ ਫੜ ਕੇ ਜਿੱਧਰ ਮਰਜ਼ੀ ਲੈ ਜਾਓ, ਸ਼ਸਤਰ ਜ਼ਰੂਰੀ ਹੈ ਭਾਈ। ਹਰ ਇੱਕ ਸਿੱਖ ਨੂੰ ਸ਼ਸਤਰ ਵਿਦਿਆ ਆਉਣੀ ਚਾਹੀਦੀ ਹੈ, ਸ਼ਸਤਰ ਚਲਾਉਣਾ ਆਉਣਾ ਚਾਹੀਦਾ ਹੈ। ਕਿਤੇ ਇਹ ਨਾ ਹੋਵੇ ਜੈਸੇ ਤੋਂ ਸੰਗਰਾਮ ਸਮੇਂ ਸਿੱਖਿਓ ਚਾਹੇ ਵੀਰ ਵਿਦਿਆ, ਅਨੱਥਾ ਉਦਮ ਕਰੇ ਪਦਵੀ ਨਾ ਪਾਈ ਹੈ। ਉਧਰੋਂ ਰਣ ਤੱਤੇ ਦੇ ਵਿੱਚ ਦੁਸ਼ਮਣ ਦਲ ਆ ਜਾਵੇ ਤੇ ਇਧਰੋਂ ਮੈਂ ਕਹਾਂ ਬਾਬਾ ਜੀ ਮੈਨੂੰ ਹੁਣ ਕਿਰਪਾਨ ਚਲਾਉਣੀ ਸਿਖਾ ਦਿਓ, ਫਿਰ ਜੰਗ ਸਰ ਹੋ ਗਿਆ ਬਈ, ਫਿਰ ਨਹੀਂ ਜਿੱਤ ਸਕਦੇ। ਇਸ ਕਰਕੇ ਸ਼ਸਤਰ ਵਿਦਿਆ ਵੀ ਜ਼ਰੂਰੀ। ਮਹਾਪੁਰਸ਼ਾਂ ਨੇ ਫਿਰ ਉਹ 2 ਕਿਰਪਾਨਾਂ ਨੂੰ ਐਨ ਜੋ ਗੱਤਕੇ ਦੇ ਅੰਦਰ ਜੋ ਦਾਓ ਪੇਚ ਨੇ, ਉਹਨਾਂ ਮਹਾਪੁਰਸ਼ਾਂ ਨੇ ਘਮਾਉਣਾ ਕੀਤਾ। ਖੰਡ ਵਿਹੰਡੰ ਖਲਦਲ ਖੰਡੰ ਅਤਰਣ ਮੰਡੰ ਬਰ ਭੰਡੰ ਭੁਜਦੰਡ ਅਖੰਡੰ ਤੇਜ ਪ੍ਰਚੰਡੰ ਜੋਤ ਅਮੰਡੰ ਭਾਨ ਪ੍ਰਭੰ ਸੁਖ ਸੰਤਾਂ ਕਰਨੰ ਦੁਰਮਤ ਦਰਨੰ ਕਿਲ ਵਿਖ ਹਰਨੰ ਆਸਰਨੰ ਜੈ ਜੈ ਜਗ ਕਾਰਨ ਸਿਸ਼ਟ ਉਬਾਰਨ ਮਮ ਪ੍ਰਤਪਾਰੰ ਜੈ ਤੇਗੰ ਜੈ ਤੇਗੰ ਜੈ ਤੇਗੰ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਤੇਗ ਨੂੰ ਵਡਿਆਈ, ਤੇਗ ਦੀ ਜੈ ਜੈਕਾਰ ਕੀਤੀ। ਉਹਨਾਂ ਮਹਾਪੁਰਸ਼ਾਂ ਨੇ ਤੇਗ ਘਮਾਉਂਦਿਆਂ ਹੋਇਆਂ ਗੁਰੂ ਸਵਾਰਿਓ ਸਾਹਿਬਜ਼ਾਦਾ ਮਾਤਾ ਸਾਹਿਬ ਜੀ ਦੀ ਖੁਸ਼ੀ ਨੂੰ ਪ੍ਰਾਪਤ ਕਰਕੇ ਜਿਨ ਪ੍ਰਭ ਭੇਜੇ ਤਿਵੇਂ ਪਠਾਏ। ਜਿਨ੍ਹਾਂ ਨੇ ਭੇਜੇ ਸੀ ਉਹਨਾਂ ਨੇ ਆਪਣੇ ਨਿਰੰਕਾਰ ਦੇ ਦੇਸ਼ ਲੈ ਜਾਣਾ ਕੀਤਾ, ਕਿਉਂਕਿ ਗੁਰੂ ਸਵਾਰੇ ਮਹਾਪੁਰਸ਼ ਆਉਂਦੇ ਨੇ, ਜਿਨੇ ਖੁਦਾਏ ਵਿਸਾਰਿਓ ਆਇਓ ਤਿਨਕੇ ਹੇਤ ਭਲੋ ਪੰਥ ਦਿਖਰਾਏ ਕਹਿ ਜਾਵੇ ਆਪਨ ਨਕੇਤ। ਨਕੇਤ ਕਹਿੰਦੇ ਨੇ ਘਰ ਨੂੰ, ਆਪਣੇ ਘਰ ਚਲੇ ਜਾਂਦੇ ਨੇ। ਸੇਵਕ ਕੀ ਓੜਕ ਨਿਭੀ ਪ੍ਰੀਤ ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀਤ। ਉਹਨਾਂ ਦੀ ਸਫਲ ਭਈ ਸਫਲ ਯਾਤਰਾ, ਉਹਨਾਂ ਦੀ ਯਾਤਰਾ ਸਫਲ ਹੋ ਗਈ, ਉਹਨਾਂ ਦਾ ਆਵਾਗਮਨ ਮਿਟਿਆ ਹੋਇਆ। ਗੁਰੂ ਸਵਾਰੇ ਉਹਨਾਂ ਦਾ ਆਉਣਾ ਵੀ ਧਨ, ਉਹਨਾਂ ਦਾ ਸੰਸਾਰ ਦੇ ਰਹਿਣਾ ਵੀ ਧਨ, ਉਹਨਾਂ ਦਾ ਜਾਣਾ ਵੀ ਧਨ। ਅੱਜ ਉਹਨਾਂ ਦੀ ਜਾਣ ਦੀ ਯਾਦ ਵਿੱਚ ਬੈਠੇ ਹੋ, ਤੁਸੀਂ ਕੀ ਕਰ ਰਹੇ ਹੋ? ਉਹਨਾਂ ਦੇ ਜ਼ਰੀਏ ਸਤਿਗੁਰੂ ਜੀ ਦੀ ਉਸਤਤ ਕਰਦੇ ਹੋ, ਉਹਨਾਂ ਦੇ ਜ਼ਰੀਏ ਗੁਰੂ ਦੇ ਇਤਿਹਾਸ ਨੂੰ, ਗੁਰੂ ਦੇ ਸ਼ਬਦ ਨੂੰ ਪੜ੍ਹ ਰਹੇ ਹੋ। ਗੁਰੂ ਸਵਾਰਿਓ ਉਹਨਾਂ ਦਾ ਜਾਣਾ ਵੀ ਸਫਲ ਹੈ। ਆਓ ਮੈਂ ਆ ਧਾਰਨਾ ਪੜਾਂ, ਫਿਰ ਆਪਣੀ ਬਾਣੀ ਨੂੰ ਵਿਰਾਮ ਦਵਾਂਗਾ। ਮੇਰੀ ਨਮਸਕਾਰ ਤੇਰੇ ਚਰਨਾਂ ਤੇ ਸੱਚਖੰਡ ਜਾਣ ਵਾਲਿਆ, ਨਮਸਕਾਰ ਤੇਰੇ ਚਰਨਾਂ ਤੇ ਸੱਚਖੰਡ ਜਾਣ ਵਾਲਿਆ। ਤੁਹਾਡੀ ਵਾਹਿਗੁਰੂ ਜੀ ਦੇ ਨਾਲ ਨਿਭ ਗਈ ਹੈ, ਸਾਡੇ ਤੇ ਕਿਰਪਾ ਕਰਿਓ ਸਾਡੀ ਵੀ ਨਿਭ ਜਾਵੇ। ਇਹੀ ਅਰਦਾਸਾਂ ਬੇਨਤੀਆਂ ਕਰਨ ਵਾਸਤੇ ਮਹਾਰਾਜ ਦੇ ਚਰਨਾਂ ਦੇ ਵਿੱਚ ਆਈਂਦਾ ਹੈ। ਮੇਲ ਲਿਹੋ ਦਇਆਲ ਟਹਿ ਪੈ ਦਵਾਰਿਆ, ਰੱਖ ਲਿਹੋ ਦੀਨ ਦਇਆਲ ਭਰਮਤ ਬਹੁ ਹਾਰਿਆ। ਤੁਝ ਬਿਨ ਨਾਹੀ ਕੋਏ ਬਿਨੋ ਮੋਹਿ ਸਾਰਿਆ, ਭਗਤ ਵਿਸ਼ਲ ਤੇਰਾ ਵਿਰਧ ਹਰ ਪਤਤ ਉਧਾਰਿਆ। ਕਰ ਗਏ ਲਿਹੋ ਦਇਆਲ ਸਾਗਰ ਸੰਸਾਰਿਆ। ਆਓ ਸਾਧ ਸੰਗਤ, ਇਹਨਾਂ ਸ਼ਬਦਾਂ ਦੇ ਨਾਲ ਹੀ ਮੈਂ ਆਪਣੀ ਬਾਣੀ ਨੂੰ ਵਿਰਾਮ ਦਿੰਦਾ ਹਾਂ। ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਗਰੀਬ ਨਵਾਜ ਜੀ ਦਾ ਸ਼ੁਕਰਾਨਾ, ਜਿਨ੍ਹਾਂ ਨੇ ਮਹਾਨ ਰਹਿਮਤ ਕਿਰਪਾਲਤਾ ਦਿਆਲਤਾ ਕਰਦਿਆਂ ਇਸ ਤਪੋ ਭੂਮੀ ਤੇ ਆਪਣੀ ਗੋਦ ਵਿੱਚ ਬਿਠਾ ਕੇ ਸੇਵਾ ਲੈਣੀ ਕੀਤੀ। ਔਰ ਮੇਰੇ ਵਿਦਿਆ ਦਾਤੇ ਸੱਚਖੰਡ ਵਾਸੀ ਸੰਤ ਬਾਬਾ ਗੁਰਮੇਲ ਸਿੰਘ ਜੀ ਮਹਾਪੁਰਸ਼, ਜਿਨ੍ਹਾਂ ਦੀ ਕਿਰਪਾ ਸਦਕਾ, ਜਿਨ੍ਹਾਂ ਦੇ ਪੜ੍ਹਾਏ ਹੋਏ ਬਚਨਾਂ ਸਦਕਾ ਆਪ ਜੀ ਦੇ ਨਾਲ ਸਾਂਝ ਪਾਉਣੀ ਕੀਤੀ ਹੈ। ਮੇਰੇ ਵੱਡੇ ਭਰਾਤਾ ਸ਼੍ਰੀਮਾਨ ਬਾਬਾ ਹਰਨੇਕ ਸਿੰਘ ਜੀ ਮੁੱਖ ਸੰਚਾਲਕ ਗੁਰਮਤਿ ਵਿਦਿਆਲਾ ਬੁੰਗਾ ਸਾਹਿਬ ਜੀ, ਇਹਨਾਂ ਗੁਰੂ ਸਵਾਰੇ ਗੁਰੂ ਪਿਆਰੇ ਮਹਾਪੁਰਸ਼ਾਂ ਦੇ ਕੋਲ ਰਹਿ ਕਰਕੇ ਦਾਸ ਵਿਦਿਆ ਦੀ ਦਾਤ ਪ੍ਰਾਪਤ ਕਰਦੇ ਨੇ। ਔਰ ਬਾਬਾ ਗੁਰਮੀਤ ਸਿੰਘ ਜੀ ਗੁਰਦੁਆਰਾ ਟਿੱਬੀ ਸਰ ਸਾਹਿਬ ਨਗਰ ਕੱਟੂ, ਇਹ ਸਾਡਾ ਆਪਣਾ ਘਰ ਹੈ ਭਾਈ।
ਔਰ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਮਾਨ ਸੰਤ ਬਾਬਾ ਭਰਪੂਰ ਸਿੰਘ ਜੀ ਸਿੱਖਾ ਚਲੂਰ ਮਹਾਂਪੁਰਸ਼, ਜੋ ਆਪਣੇ ਇਲਾਕੇ ਦੇ ਅੰਦਰ ਔਰ ਸਾਡੇ ਉਸ ਇਲਾਕੇ ਦੇ ਅੰਦਰ ਰਾਮਪੁਰ ਵਿਖੇ ਵੀ ਜਾ ਕਰਕੇ ਕੀਰਤਨ ਦੀਆਂ ਸ਼ਬਰਾਂ ਲਾਉਂਦੇ ਨੇ। ਬੜੇ ਪਿਆਰ ਦੇ ਨਾਲ ਆਪ ਜੀ ਰੂਹਾਨੀ ਬਚਨ ਕਰਦੇ ਹੋ ਭਾਈ। ਮਹਾਂਪੁਰਸ਼ਾਂ ਦਾ ਧੰਨਵਾਦ। ਮੰਚ ਤੇ ਬੈਠੀ ਸਾਰੀ ਸਾਧੂ ਮੰਡਲੀ ਦੇ ਚਰਨਾਂ ਤੇ ਨਮਸਕਾਰ ਹੈ। ਸਾਰੀ ਸੰਗਤ ਦਾ ਧੰਨਵਾਦ, ਕੀਰਤਨ ਮੰਡਲੀ ਦਾ ਧੰਨਵਾਦ। ਗੁਰੂ ਸਵਾਰੇ ਗੁਰੂ ਪਿਆਰਿਓ, ਮੇਰਾ ਵਿਦਿਆਰਥੀ ਜੀਵਨ ਹੈ। ਬਹੁਤ ਸਾਰੀਆਂ ਭੁੱਲਾਂ ਗਲਤੀਆਂ ਹੋਈਆਂ ਨੇ ਮੇਰੇ ਤੋਂ ਵਿਚਾਰਾਂ ਕਰਦਿਆਂ, ਤੇ ਆਪ ਜੀ ਨੇ ਕਿਰਪਾ ਕਰਨੀ ਵਿਦਿਆਰਥੀ ਨੂੰ ਮਾਫੀ ਬਖਸ਼ਿਸ਼ ਕਰਿਓ। ਔਰ ਮੈਂ ਸਮਾਂ ਜਥੇਦਾਰ ਜੀ ਤੁਹਾਡਾ ਜ਼ਿਆਦਾ ਲੈ ਗਿਆ, ਕਿਉਂਕਿ ਅਜੇ ਕਨਿਸ਼ਟ ਵਿਦਿਆਰਥੀ ਆ ਨਾ, ਅਜੇ ਪਤਾ ਨਹੀਂ ਹੈ ਬੋਲਣ ਦਾ, ਇਸ ਕਰਕੇ ਮੈਨੂੰ ਤੁਸੀਂ ਵੀ ਮਾਫ ਕਰਿਓ। ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸੱਜਣ ਅਸੀਸੜੀਆਂ ਯਹੋਵਾ ਸਾਹਿਬ ਸਿਓ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਨ ਸਾਡੇ ਬਹੁਤ ਹੀ ਸਤਿਕਾਰਯੋਗ ਸ੍ਰੀ ਮਾਨ ਸੰਤ ਬਾਬਾ ਹਰਨੇਕ ਸਿੰਘ ਜੀ ਰਾਮਪੁਰ ਵਾਲੇ ਤੇ ਸ੍ਰੀ ਮਾਨ ਸੰਤ ਬਾਬਾ ਅਵਤਾਰ ਸਿੰਘ ਜੀ ਰਾਮਪੁਰ ਵਾਲੇ, ਸੋ ਜਿਨ੍ਹਾਂ ਨੇ ਆਪ ਸਿੱਖ ਸੰਗਤਾਂ ਨੂੰ ਮਨੋਹਰ ਪ੍ਰਵਚਨਾਂ ਦੁਆਰਾ ਨਿਹਾਲ ਕੀਤਾ। ਸੋ ਜੀ ਤਾਂ ਨਹੀਂ